ਉਹਦਾ ਵਿਕਾਸ ਕਿਸ ਤਰ੍ਹਾਂ ਨਾਲ ਹੋ ਜਾਂਦਾ, ਜਾਂ ਇਹਦੇ ਵਿੱਚ ਦੇਖੋ ਆਪਾਂ ਹੁਣ ਤੱਕ ਜੋ ਵੀ ਪੜ੍ਹਿਆ, ਸਭ ਤੋਂ ਪਹਿਲਾਂ ਆਪਾਂ ਨਿਊਨੇਟ ਬਾਰੇ ਪੜ੍ਹਿਆ, 1 ਸਾਲ ਦੇ ਬੱਚੇ ਤੱਕ 1 ਮਹੀਨੇ ਤੱਕ ਦੇ ਬੱਚੇ ਬਾਰੇ, ਨਿਊਨੇਟ ਬਾਰੇ, ਨਵਜਾਤ ਬੱਚੇ ਬਾਰੇ। ਫਿਰ ਆਪਾਂ ਪੜ੍ਹਿਆ 1 ਮਹੀਨੇ ਤੋਂ ਲੈ ਕੇ 1 ਮਹੀਨੇ ਤੋਂ ਲੈ ਕੇ ਆਪਾਂ 12 ਮਹੀਨੇ ਤੱਕ ਦੇ ਬੱਚੇ ਬਾਰੇ ਪੜ੍ਹਿਆ, ਠੀਕ ਹੈ, ਜਿਹਨੂੰ ਆਪਾਂ ਸ਼ਿਸ਼ੂ ਕਹਿ ਦਿੰਦੇ ਹਾਂ। ਫਿਰ ਉਸ ਤੋਂ ਬਾਅਦ ਆਪਾਂ 1 ਸਾਲ ਤੋਂ ਲੈ ਕੇ 13 ਮਹੀਨਿਆਂ ਤੋਂ ਲੈ ਕੇ 36 ਮਹੀਨਿਆਂ ਤੱਕ ਬਾਰੇ ਬੱਚੇ ਬਾਰੇ ਪੜ੍ਹਿਆ। ਦੇਖੋ ਆਸਪੈਕਟ ਉਹੀ ਰਹਿਣੇ ਨੇ, ਪਹਿਲੂ ਉਹੀ ਰਹਿਣੇ ਨੇ ਜਿਨ੍ਹਾਂ ਨੂੰ ਅਸੀਂ ਵਾਰ-ਵਾਰ ਪੜ੍ਹ ਚੁੱਕੇ ਹਾਂ ਕਿ ਹਾਂ ਬੱਚੇ ਦੇ ਸਥੂਲ ਕਿਰਿਆਤਮਕ ਵਿਕਾਸ ਦੇ ਵਿੱਚ ਕੀ ਫਰਕ ਪੈਂਦਾ, ਫਾਈਨ ਮੋਟਰ ਸਕਿੱਲ ਜਿਹੜੀਆਂ ਹੈਗੀਆਂ ਨੇ ਉਹ ਕਿਹੜੀਆਂ ਡਿਵੈਲਪ ਹੋ ਜਾਂਦੀਆਂ ਨੇ। ਸਿਰਫ ਏਜ ਫੈਕਟਰ ਇੱਥੇ ਅਲੱਗ-ਅਲੱਗ ਆ ਰਿਹਾ ਹੈ ਹਰੇਕ ਦੇ ਵਿੱਚ। ਤਾਂ ਅਸੀਂ ਇੱਥੇ ਦੱਸਣਾ ਕੀ ਹੈ ਕਿ ਜਦੋਂ ਪਹਿਲੇ ਮਹੀਨੇ ਦਾ ਬੱਚਾ ਹੈ ਉਹਦੇ ਵਿੱਚ ਫਾਈਨ ਮੋਟਰ ਸਕਿੱਲਸ ਕਿਹੜੀਆਂ ਹੁੰਦੀਆਂ ਨੇ, ਜਾਂ ਗ੍ਰੋਸ ਮੋਟਰ ਸਕਿੱਲਸ ਕਿਹੜੀਆਂ ਹੋ ਜਾਂਦੀਆਂ ਨੇ, ਜਾਂ ਉਦੋਂ ਉਹਦੇ ਵਿੱਚ ਕੀ ਡਿਵੈਲਪਮੈਂਟਸ ਹੁੰਦੀਆਂ ਨੇ, ਉਹਦੀਆਂ ਐਕਟੀਵਿਟੀਜ਼ ਕੀ ਹੁੰਦੀਆਂ ਨੇ, ਉਹ ਕਿੰਨੇ ਸ਼ਬਦ ਬੋਲ ਪਾਉਂਦਾ ਹੈ, ਠੀਕ ਹੈ। ਫਿਰ ਜਦੋਂ 1 ਸਾਲ ਦਾ ਬੱਚਾ ਹੋ ਜਾਂਦਾ ਉਹਦੇ ਵਿੱਚ ਕੀ ਡਿਵੈਲਪਮੈਂਟਸ ਹੁੰਦੀਆਂ ਨੇ। ਪਹਿਲੂ ਉਹੀ ਨੇ ਵੀ ਅਸੀਂ ਆਧਾਰ ਉਹੀ ਨੇ ਕਿ ਆਧਾਰ ਉਹੀ ਰੱਖ ਕੇ, ਬੇਸ ਉਹੀ ਰੱਖ ਕੇ ਵੀ ਇਸ ਬੇਸ ਤੇ ਆਧਾਰ ਤੇ ਬੱਚੇ 'ਚ ਕੀ ਡਿਵੈਲਪਮੈਂਟਸ ਹੋਈਆਂ, ਅਗਲੇ ਸਾਲ ਦੇ ਵਿੱਚ ਕੀ ਹੋਈਆਂ, ਉਸ ਤੋਂ ਅਗਲੇ ਸਾਲ ਦੇ ਵਿੱਚ ਕੀ ਹੋਈਆਂ। ਤਾਂ ਹੁਣ ਆਪਾਂ ਗੱਲ ਕਰਾਂਗੇ 3 ਤੋਂ ਲੈ ਕੇ 6 ਸਾਲ ਦੇ ਬੱਚੇ ਦੇ ਵਿੱਚ ਇਹਨਾਂ ਦੇ ਵਿੱਚ ਕਿਹੜੀਆਂ ਡਿਵੈਲਪਮੈਂਟਸ ਔਰ ਕਿਸ ਤਰ੍ਹਾਂ ਦੀਆਂ ਡਿਵੈਲਪਮੈਂਟਸ ਹੁੰਦੀਆਂ ਨੇ। ਤਿੰਨ ਤੋਂ ਲੈ ਕੇ 6 ਸਾਲ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਦੇਖੋ ਉਹ ਹੁਣ ਕੀ ਕੁਝ ਸਿੱਖ ਲਿਆ ਹੁਣ ਤੱਕ ਉਹਨਾਂ ਨੇ। ਆਪਾਂ ਆਪਦਾ ਰੀਕੈਪ ਕਰੀਏ ਥੋੜਾ ਜਿਹਾ। ਹੁਣ ਤੱਕ ਅਸੀਂ ਗੱਲ ਕਰਦੇ ਸੀ ਕਿ ਜਦੋਂ 1 ਸਾਲ ਦਾ ਬੱਚਾ ਹੋ ਜਾਂਦਾ ਉਹ ਤੁਰਨ ਫਿਰਨ ਲੱਗ ਜਾਂਦਾ, ਠੀਕ ਹੈ, ਆਪਣਾ ਪਹਿਲਾ ਸ਼ਬਦ ਜਿਹੜਾ ਹੈ ਉਹ ਬੋਲਣਾ ਸ਼ੁਰੂ ਕਰ ਦਿੰਦਾ। 1 ਸਾਲ ਦੇ ਬੱਚੇ ਜਿਹੜੇ ਹੈਗੇ ਆ ਉਹ ਬੋਲਣਾ ਸ਼ੁਰੂ ਕਰ ਲੈਂਦੇ ਨੇ, ਇੱਕ ਸ਼ਬਦ ਜਿਹੜੇ ਹੈਗੇ ਉਹ ਸਿੱਖਣਾ ਸ਼ੁਰੂ ਕਰ ਦਿੰਦੇ ਨੇ। ਫਿਰ ਅਸੀਂ ਗੱਲ ਕੀਤੀ 13 ਤੋਂ ਲੈ ਕੇ 36 ਮਹੀਨਿਆਂ ਦੇ ਬੱਚਿਆਂ ਦੀ। 13 ਤੋਂ ਲੈ ਕੇ 36 ਮਹੀਨਿਆਂ ਤੱਕ ਦੇ ਬੱਚੇ, ਮੰਨ ਲਓ 3 ਸਾਲ ਤੱਕ ਦਾ ਬੱਚਾ, 3 ਸਾਲ ਤੱਕ ਦਾ ਬੱਚਾ ਕੀ ਹੋਏਗਾ, ਤਾਂ ਚੱਲਣ ਫਿਰਨ ਤਾਂ ਲੱਗ ਗਿਆ ਉਹ। ਫਿਰ ਉਸ ਤੋਂ ਬਾਅਦ ਉਹ ਥੋੜਾ ਬਹੁਤਾ ਬੋਲਣਾ ਵੀ ਉਹਨੇ ਸਟਾਰਟ ਕਰ ਲਿਆ, ਉਹਨੇ ਘਰ ਦੀਆਂ ਚੀਜ਼ਾਂ ਬਾਰੇ 3 ਸ਼ਬਦਾਂ ਵਾਲੇ ਵਾਕ ਬੋਲਣੇ ਸ਼ੁਰੂ ਕਰ ਦਿੰਦਾ ਹੈ, ਠੀਕ ਹੈ। ਪ੍ਰੋਪਰ ਵਾਕ ਨਹੀਂ ਬੋਲਦਾ ਪਰ ਉਹਨੇ ਚੀਜ਼ ਲੈਣ ਵਾਸਤੇ, ਆਪਦੀ ਜਿਹੜੀ ਵੀ ਚੀਜ਼ ਉਹਨੇ ਲੈਣੀ ਹੈ ਉਹਦੇ ਵਾਸਤੇ ਉਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ, ਆਪਦਾ ਨਾਮ ਬੋਲਣਾ ਸ਼ੁਰੂ ਕਰ ਦਿੰਦਾ, ਕੁਝ ਦੱਸੀਏ ਤੇ ਉਹ ਬੋਲਣਾ ਸ਼ੁਰੂ ਕਰ ਦਿੰਦਾ ਹੈ। ਹੁਣ ਅੱਗੇ ਡਿਵੈਲਪਮੈਂਟਸ ਕੀ ਹੈਗੀਆਂ ਨੇ, ਹੁਣ ਉਹਦੀ ਜਿਹੜੀ ਵਿਚਾਰ ਸ਼ਕਤੀ ਹੈ ਉਹ ਕਿਸ ਤਰ੍ਹਾਂ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਆਪਾਂ ਪਿੱਛੇ ਗੱਲ ਕੀਤੀ ਸੀ ਕਿ ਬੱਚਾ ਜਿਹੜਾ ਹੈ ਉਹ ਆਪਦੇ ਮਾਂ-ਬਾਪ ਤੋਂ ਵਿਛੜਨ ਦਾ ਡਰ ਮਹਿਸੂਸ ਕਰਦਾ ਹੈ, ਨਵੇਂ ਜਿਹੜੇ ਲੋਕ ਆਉਂਦੇ ਨੇ ਉਹਦੇ ਸਾਹਮਣੇ, ਅਪਰਿਚਿਤ ਲੋਕ ਆਉਂਦੇ ਨੇ ਉਹਨਾਂ ਤੋਂ ਡਰ ਮਹਿਸੂਸ ਕਰਦਾ ਹੈ, ਠੀਕ ਹੈ। ਪਰ ਹੁਣ ਕੀ ਹੋ ਜਾਂਦਾ ਕਿ ਹੁਣ ਉਹ ਆਪਦੇ ਆਲੇ ਦੁਆਲੇ ਦੇ ਨਾਲ ਜਿਹੜਾ ਸਮਨਵਯ ਹੈ, ਜਿਹੜਾ ਤਾਲਮੇਲ ਹੈ, ਬਿਠਾਉਣਾ ਸ਼ੁਰੂ ਕਰ ਦਿੰਦਾ ਹੈ। ਉਹਦਾ ਏਜ ਗਰੁੱਪ ਇਹ ਬਣ ਜਾਂਦਾ, ਉਹ ਆਪਣੇ ਆਂਢ ਗੁਆਂਢ ਦੇ ਵਿੱਚ ਜਾਣ ਲੱਗ ਜਾਂਦਾ ਹੈ, ਗਲੀ ਦੇ ਵਿੱਚ ਤੁਰਨ ਫਿਰਨ ਲੱਗ ਜਾਂਦਾ, ਤੇ ਫਰੈਂਡ ਸਰਕਲ ਜਿਹੜਾ ਹੈਗਾ ਥੋੜਾ ਬਹੁਤਾ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ ਹੈ। ਬੱਚਿਆਂ ਦੀ ਜਿਹੜੀ ਕਲਪਨਾ ਸ਼ਕਤੀ ਹੈ, ਇਮੈਜੀਨੇਸ਼ਨ ਪਾਵਰ ਹੈ, ਬਹੁਤ ਜ਼ਿਆਦਾ ਹੁੰਦੀ ਹੈ। ਇਮੈਜੀਨੇਸ਼ਨ ਪਾਵਰ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਤੇ ਇੱਥੇ ਆਪਾਂ ਹੁਣ ਅਗਲਾ ਗੱਲ ਕਰਾਂਗੇ ਜਿਹੜੀ ਆਪਣੇ ਕੋਲੇ ਹੈ 5ਵਾਂ ਪ੍ਰਸ਼ਨ। ਚੌਥੇ ਨੋਟਸ ਦੇ ਵਿੱਚ ਜਿਹੜਾ ਚੌਥਾ ਚੈਪਟਰ ਹੈ ਆਪਣਾ, ਉਹਦੇ ਵਿੱਚ 5ਵਾਂ ਪ੍ਰਸ਼ਨ ਹੈ ਪ੍ਰਤੀਕਾਤਮਕ ਕਲਪਨਾ ਸ਼ਕਤੀ ਔਰ ਫੈਂਟੈਸੀ, ਠੀਕ ਹੈ। ਪ੍ਰਤੀਕਾਤਮਕ ਕਲਪਨਾ ਸ਼ਕਤੀ ਔਰ ਫੈਂਟੈਸੀ, ਇਹ ਕੀ ਮਤਲਬ ਹੈ ਇਹਨਾਂ ਸ਼ਬਦਾਂ ਦਾ, ਜਾਂ ਬੱਚੇ ਦੇ ਦਿਮਾਗ ਦੇ ਵਿੱਚ ਇਹ ਡਿਵੈਲਪਮੈਂਟਸ ਕੀ ਹੋ ਜਾਂਦੀਆਂ ਨੇ, ਇਹਨਾਂ ਦਾ ਕੀ ਅਰਥ ਲੈ ਕੇ ਚੱਲਦੇ ਆਪਾਂ। ਪ੍ਰਤੀਕਾਤਮਕ ਕਲਪਨਾ ਸ਼ਕਤੀ ਦਾ ਮਤਲਬ ਕੀ ਹੈ ਕਿ ਬੱਚੇ ਆਪਦੇ ਦਿਮਾਗ ਦੇ ਵਿੱਚ ਜਿਹੜੀਆਂ ਘਟਨਾਵਾਂ ਨੇ ਉਹਨਾਂ ਦਾ ਕਾਰਨ ਸਮਝਣਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਨੇ। ਪ੍ਰਤੀਕਾਤਮਕ ਜਿਹੜੀ ਕਲਪਨਾ ਸ਼ਕਤੀ ਹੈ ਉਹਦੇ ਬਾਰੇ ਉਹ ਕੋਈ ਵੀ ਮੰਨ ਲਓ ਘਟਨਾ ਉਹਨਾਂ ਦੇ ਸਾਹਮਣੇ ਵਾਪਰਦੀ ਹੈ, ਇੱਕ ਵਾਰੀ ਉਹਨਾਂ ਦੇ ਸਾਹਮਣੇ ਘਟਨਾ ਵਾਪਰੀ, ਉਹਦਾ ਦਿਮਾਗ ਦੇ ਵਿੱਚ ਬੈਠ ਜਾਂਦਾ ਕਿ ਹਾਂ ਆਹ ਘਟਨਾ ਹੋਈ ਸੀ, ਉਸ ਤੋਂ ਬਾਅਦ ਆਹ ਉਹਦਾ ਰਿਜ਼ਲਟ ਨਿਕਲਿਆ ਸੀ, ਠੀਕ ਹੈ। ਹੁਣ ਦੁਬਾਰਾ ਉਹਦੇ ਸਾਹਮਣੇ ਉਹ ਘਟਨਾ ਭਾਵੇਂ ਨਾ ਵੀ ਵਾਪਰੇ, ਪਰ ਉਹਦੇ ਦਿਮਾਗ ਦੇ ਵਿੱਚ ਉਹਨੂੰ ਸਿੰਬੋਲਿਕਲੀ ਆਪਣੇ ਦਿਮਾਗ ਦੇ ਵਿੱਚ ਰੱਖ ਸਕਦੇ ਨੇ ਕਿ ਆਹ ਘਟਨਾ ਜੇ ਇਹ ਹੋਏਗੀ ਤੇ ਉਸ ਤੋਂ ਬਾਅਦ ਉਹਦਾ ਨਤੀਜਾ ਆ ਨਿਕਲੇਗਾ, ਠੀਕ ਹੈ ਜੀ। ਇਹਨੂੰ ਆਪਾਂ ਕਹਿ ਲੈਂਦੇ ਹਾਂ ਸਿੰਬੋਲਿਕ ਇਮੈਜੀਨੇਸ਼ਨ। ਸਿੰਬੋਲਿਕ ਇਮੈਜੀਨੇਸ਼ਨ। ਫੈਂਟੈਸੀ ਤਾਂ ਹੈ ਇੰਗਲਿਸ਼ ਦਾ ਸ਼ਬਦ ਫੈਂਟੈਸੀ। ਹੁਣ ਇੱਥੇ ਬੱਚੇ ਕੀ ਕੁਛ ਕਰਨ ਲੱਗ ਜਾਂਦੇ ਨੇ, ਜਿਵੇਂ ਤੇ ਲਿਖਿਆ शालापुर बच्चे 6 वर्ष तक के बच्चों को कहा जाता है
इस आयु वर्ग के बच्चों की कुछ सामान्य विचार शक्ति के लक्षण के कारण ही उन्हें शालापूर्ण बच्चों की संज्ञा दी जाती है। उदाहरण के लिए जब आप एक 5 वर्षीय बालिका से श पेंसिलें मांगते हैं तो संभव है कि वह आपको श ही पेंसिलें दे। वह संख्या के बारे में तो जानती है किंतु इसका अर्थ नहीं जानती। अतः जब आप शालापूर्व बच्चों की संज्ञानात्मक योग्यताएं लिखें तो आप उनकी आयु अवश्य लिखें, क्योंकि प्रत्येक वर्ष के बच्चों की योग्यताएं एक दूसरे से भिन्न होंगी। ਹੁਣ ਕੀ ਹੈ ਕਿ ਬੱਚੇ ਨੂੰ ਜਿਵੇਂ ਤੁਸੀਂ ਪੜਾਉਂਦੇ ਹੋ ਆਪਦੇ ਘਰ ਵਿੱਚ ਕਿਸੇ ਬੱਚੇ ਨੂੰ ਪੜਾਉਂਦੇ ਹੋ ਜਾਂ ਸਕੂਲ ਦੇ ਵਿੱਚ ਜੇ ਕਿਤੇ ਤੁਹਾਡੇ ਟੱਚ ਦੇ ਵਿੱਚ ਇਹੋ ਜਿਹਾ ਬੱਚਾ ਹੁੰਦਾ ਤਾਂ ਉੱਥੇ ਕੀ ਦੇਖੋ ਅਸੀਂ ਉਹਨਾਂ ਨੂੰ ਕਾਊਂਟਿੰਗ ਸਿਖਾਉਂਦੇ ਆ 1 2 3 4 5 6 ਸਿਖਾਤਾ। ਉਹ ਉਹਨਾਂ ਨੂੰ ਆਪਾਂ ਇੱਕ ਮਤਲਬ ਰੱਟਾ ਲਾਉਣ ਵਾਲੀ ਗੱਲ ਕਹਿ ਲਓ ਜਾਂ ਐਵੇਂ ਕਹਿ ਲਓ ਕਿ ਆਪਾਂ ਉਹਨਾਂ ਨੂੰ ਫੈਕਟ ਦੱਸ ਦਿੰਦੇ ਆਪਾਂ ਜੋ ਬੋਲਦੇ ਆ ਉਹਨਾਂ ਵਾਸਤੇ ਆਪਾਂ ਰੱਬ ਹੁੰਦੇ ਆ। ਠੀਕ ਹੈ, ਆਪਾਂ ਜੋ ਕਹਿਤਾ ਉਹੀ ਉਹਨਾਂ ਵਾਸਤੇ ਸੱਚ ਹੁੰਦਾ। ਅਸੀਂ ਉਹਨਾਂ ਦੇ ਸਾਹਮਣੇ ਇਹ ਕਨਸੈਪਟ ਰੱਖਤਾ ਕਿ ਇੱਕ ਬੋਲਣਾ ਤੇ ਇੱਕ ਪੈਨਸਲ ਚੱਕਣੀ ਆ ਜਾਂ ਇੱਕ ਚੀਜ਼ ਚੱਕਣੀ ਆ। ਠੀਕ ਹੈ, ਜਿਵੇਂ ਆਪਣੇ ਦਿਮਾਗ 'ਚ ਬੈਠਾ ਆ ਕਿ ਇੱਕ ਦਾ ਮਤਲਬ ਇੱਕ ਚੀਜ਼ ਹੁੰਦੀ ਹੈ। ਆਪਣੇ ਦਿਮਾਗ 'ਚ ਕਨਸੈਪਟ ਬੈਠਾ ਹੈ ਨਾ ਕਿ ਜਦੋਂ ਇੱਕ ਦੀ ਗੱਲ ਕਰਦਾ ਸਾਡੇ ਦਿਮਾਗ 'ਚ ਸਿੰਗਲ ਚੀਜ਼ ਆ ਜਾਂਦੀ। ਹੁਣ ਇੱਕ ਦਾ ਮਤਲਬ ਇੱਕ ਕਿਵੇਂ ਆਇਆ, ਆਪਣੇ ਦਿਮਾਗ 'ਚ ਬਿਠਾਇਆ ਹੀ ਗਿਆ ਹੈ ਨਾ, ਸ਼ੁਰੂ ਤੋਂ ਲੈ ਕੇ ਬਿਠਾਇਆ ਹੋਇਆ ਆਪਣੇ ਦਿਮਾਗ ਦੇ ਵਿੱਚ। ਹਾਂ, ਜਦੋਂ ਅਸੀਂ ਇੱਕ ਕਹਿੰਦੇ ਤਾਂ ਉਹਦਾ ਮਤਲਬ ਆ ਹੈ। ਉਸੇ ਤਰ੍ਹਾਂ ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਬਿਠਾ ਲੈਂਦੇ ਅਸੀਂ ਕਿ ਇੱਕ ਦਾ ਮਤਲਬ ਐ ਹੈ, ਦੋ ਦਾ ਮਤਲਬ ਇਸ ਤਰ੍ਹਾਂ ਹੁੰਦਾ, ਤਿੰਨ ਦਾ ਮਤਲਬ ਇਸ ਤਰ੍ਹਾਂ ਹੁੰਦਾ ਕਿ ਕਿੰਨੀਆਂ ਚੀਜ਼ਾਂ ਚੱਕਾਂਗੇ ਤੇ ਤਿੰਨ ਹੋ ਜਾਏਗਾ, ਕਿੰਨੀਆਂ ਚੀਜ਼ਾਂ ਚੱਕਾਂਗੇ ਤੇ ਚਾਰ ਹੋ ਜਾਏਗਾ। ਠੀਕ ਹੈ, ਤਾਂ ਇੱਕ ਕਨਸੈਪਟ ਉਹਨਾਂ ਦੇ ਦਿਮਾਗ 'ਚ ਬਿਠਾ ਦਿੰਦੇ ਆ, ਪਰ ਉਹਨਾਂ ਨੂੰ ਸਮਝ ਨਹੀਂ ਹੁੰਦੀ ਕਿ ਹਾਂ ਇਹਦਾ ਮਤਲਬ ਕੀ ਹੈ, ਇੱਕ ਦਾ ਮਤਲਬ ਕੀ ਹੈ। ਉਹਨਾਂ ਵਾਸਤੇ ਇੱਕ ਦਾ ਮਤਲਬ ਚੀਜ਼ ਹੈ ਕਿ ਆਹ ਪਈ ਹੈ, ਇਹਨਾਂ 'ਚ ਇੰਨੀਆਂ ਚੀਜ਼ਾਂ ਚੱਕਣੀਆਂ, ਉਹਦਾ ਮਤਲਬ ਇੱਕ ਹੋ ਜਾਏਗਾ। ਇੰਨੀਆਂ ਚੀਜ਼ਾਂ ਚੱਕਾਂਗੇ ਤਾਂ ਉਹਦਾ ਮਤਲਬ ਦੋ ਹੋ ਜਾਏਗਾ। प्रतीकात्मक रूप से सोच पाने के कारण बालिका वस्तुओं देखो तो बालिका शब्द ही वरत्या आ लड़की के रूप ਦੇ ਵਿੱਚ ਹੀ ਵਰਤਿਆ ਹੈ। ਇਹ ਸਾਰਾ ਕਨਸੈਪਟ ਇਹਨਾਂ ਨੇ ਲੜਕੀ ਦੇ ਰੂਪ ਦੇ ਵਿੱਚ ਹੀ ਲਿਖਿਆ ਆ। ਇਹਨੂੰ ਤੁਸੀਂ ਐ ਨਹੀਂ ਸੋਚਣਾ ਕਿ ਹਾਂ ਬੱਚੀ ਬਾਰੇ ਗੱਲ ਕਰ ਰਹੇ ਆਪਾਂ, ਇਹਦਾ ਮਤਲਬ ਚਾਈਲਡ ਹੀ ਹੈ। ਠੀਕ ਹੈ, ਕੋਈ ਵੀ ਬੱਚਾ ਹੋ ਸਕਦਾ ਹੈ, ਪਰ ਇਹਨਾਂ ਜਿਹੜੀ ਕਿਤਾਬ ਹੈ ਇਗਨੋ ਵੱਲੋਂ ਜੋ ਵੀ ਟੈਕਸਟ ਦਿੱਤਾ ਗਿਆ ਹੈ ਉਹ ਸਾਰਾ ਬਾਲਿਕਾ ਦੇ ਰੂਪ ਦੇ ਵਿੱਚ ਦਿੱਤਾ ਗਿਆ है। यदि वस्तु अथवा घटना उसके सामने ना भी घटे तो भी वह मस्तिष्क में उनका चित्रण कर उनके बारे में सोच सकती है। अर्थात बालिका की जानकारी केवल उन्हीं वस्तुओं के बारे में ही सीमित नहीं रहती जिनको वह देख या सुन सकती है, अपितु अब वह कल्पना का कर पूर्ण अनुमान लगा सकती है। यह योग्यता उसे और जानकारी हासिल करने में मदद करती है। उदाहरणता एक 4 वर्षीय बालिका किसी मुरझाए हुए पौधे को देखकर कह सकती है कि इसको पानी नहीं मिला। ठीक है, देखो ਇਹ ਕਿਵੇਂ ਹੋਇਆ। ਹੁਣ ਬੱਚਾ 3 ਸਾਲ ਦਾ ਹੋ ਚੁੱਕਾ ਹੈ ਆਪਣੇ ਕੋਲੇ ਜਦੋਂ ਅਸੀਂ ਗੱਲ ਕਰਦੇ ਪਏ ਹਾਂ, ਤਾਂ 3 ਸਾਲ ਦੇ ਬੱਚੇ ਨੇ ਆਪਦੇ ਆਲੇ ਦੁਆਲੇ ਦੇ ਵਿੱਚ ਕਾਫੀ ਕੁਝ ਵੇਖਿਆ ਸੀ। ਡੇਲੀ ਉਹਨੂੰ ਉਹ ਬਾਹਰ ਜਾਂਦਾ ਆਉਂਦਾ ਹੈ, ਉਹਦੇ ਸਾਹਮਣੇ ਅਸੀਂ ਪੌਦਿਆਂ ਨੂੰ ਪਾਣੀ ਦਿੰਦੇ ਆ। ਠੀਕ ਹੈ, ਜੇ ਪੌਦਿਆਂ ਨੂੰ ਪਾਣੀ ਨਹੀਂ ਦਿੰਦੇ ਤਾਂ ਉਹ ਆਪਣੇ ਆਪ ਜਿਹੜੇ ਹੈਗੇ ਹਰੇ ਨਹੀਂ ਰਹਿਣ, ਸੁੱਕ ਜਾਂਦੇ ਨੇ, ਮਰ ਜਾਂਦੇ ਨੇ। ਇਹ ਚੀਜ਼ਾਂ ਬੱਚੇ ਦੇ ਦਿਮਾਗ 'ਚ ਬੈਠ ਜਾਂਦੀਆਂ ਨੇ, ਭਾਵੇਂ ਅਸੀਂ ਉਹਨੂੰ ਸਮਝਾਇਆ ਨਹੀਂ, ਪਰ ਉਹਦੇ ਸਾਹਮਣੇ ਉਹ ਗੱਲਾਂ ਕਿਤੇ ਘਟਨਾਵਾਂ ਵਾਪਰੀਆਂ ਉਹਦੇ ਦਿਮਾਗ 'ਚ ਬੈਠ ਗਈਆਂ। ਹੁਣ ਜਿਵੇਂ ਇੱਥੇ ਉਦਾਹਰਨ ਦਿੱਤੀ ਹੈ ਕਿ ਜਦੋਂ ਉਹਨੇ ਦੇਖਿਆ ਕਿ ਇਹ ਪੌਦਾ ਜਿਹੜਾ ਮੁਰਝਾ ਗਿਆ, ਖਤਮ ਹੋ ਗਿਆ, ਤਾਂ ਉਹਦੇ ਦਿਮਾਗ 'ਚ ਇਹ ਚੀਜ਼ ਆ ਗਈ ਕਿ ਹਾਂ ਇਹਨੂੰ ਪਾਣੀ ਨਹੀਂ ਮਿਲਿਆ। ਠੀਕ ਹੈ, ਤਾਂ ਕਰਕੇ ਉਹ ਮਰ ਗਿਆ। ਉਹਨੂੰ ਇਸ ਚੀਜ਼ ਨਾਲ ਕੋਈ ਸੰਬੰਧ ਨਹੀਂ ਹੈਗਾ ਵੀ ਹਾਂ ਵੀ ਇਹਦੇ ਕਰਕੇ ਕੀ ਕਾਰਨ ਕੀ ਵਾਪਰਦਾ, ਪਾਣੀ ਦੇਣ ਨਾਲ ਪੌਦੇ ਨੂੰ ਕੀ ਹੁੰਦਾ ਹੈ, ਕਿਉਂ ਪੈਦਾ ਹਰਾ ਰਹਿੰਦਾ ਜਾਂ ਕਿਉਂ ਸੁੱਕ ਜਾਂਦਾ। ਸਿਰਫ ਉਹਨੂੰ ਇਸ ਚੀਜ਼ ਦਾ ਪਤਾ ਕਿ ਇਹਨੂੰ ਪਾਣੀ ਨਹੀਂ ਮਿਲਿਆ, ਇਹ ਖਤਮ ਹੋ ਗਿਆ। इस अवस्था में यह योग्यता प्रारंभिक स्तर की होती है। हाँ, ਹੁਣ ਜਿਹੜੀ ਇਹ ਆਪਾਂ ਜੇ ਦੇਖੋ ਤਾਂ ਪਿਆਜੇ ਦੇ ਕਨਸੈਪਟ ਆਪਾਂ ਸਾਰਾ ਕਰਨ ਵਾਲਾ ਆਪਣਾ ਪੈਂਡਿੰਗ ਹੈ, ਜੇ ਸਾਰੀਆਂ ਅਵਸਥਾਵਾਂ ਰਹਿੰਦੀਆਂ ਨੇ। ਤਾਂ ਉਹਦੇ ਵਿੱਚ ਕਹਿੰਦੇ ਕਿ 6ਵੀਂ ਉਪ ਅਵਸਥਾ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਬੱਚੇ ਦੇ ਵਿੱਚ ਕਲਪਨਾ ਸ਼ਕਤੀ ਜਿਹੜੀ ਹੈਗੀ ਉਹ ਵਿਕਸਿत होनी शुरू हो जाती है। बच्चे के दिमाग में जब कोई बात या विचार आता है तो सबसे पहले उसका चित्र बनता है। ठीक है, ਇਹ ਆਪਣੇ ਵੀ ਆਪਾਂ ਨੂੰ ਵੀ ਪਤਾ ਹੈ ਕਿ ਆਪਣੇ ਨਾਲ ਕੋਈ ਮੰਨ ਲਓ ਕਿ ਗੱਲ ਕਰਦਾ, ਮੰਨ ਲਓ ਮੈਂ ਤੁਹਾਨੂੰ ਇੱਕ ਸੈਕਿੰਡ ਵਾਸਤੇ ਕਹਿੰਦਾ ਕਿ ਡੀਪੀਡੀ ਕਾਲਜ, ਠੀਕ ਹੈ, ਤੇ ਤੁਹਾਡੇ ਦਿਮਾਗ ਦੇ ਵਿੱਚ ਕੀ ਆ ਜਾਏਗਾ, ਤੁਹਾਡੇ ਦਿਮਾਗ 'ਚ ਜ਼ੀਰਾ ਸ਼ੁਰੂ ਹੋ ਜਾਂਦਾ, ਤੁਹਾਡੇ ਦਿਮਾਗ ਦੇ ਝੱਤਰਾ ਰੋਡ ਸ਼ੁਰੂ ਹੋ ਜਾਂਦਾ, ਤੁਹਾਡੇ ਦਿਮਾਗ ਦੇ ਮਨਸੂਰ ਦੇਵਾ ਸ਼ੁਰੂ ਹੋ ਜਾਂਦਾ, ਤੁਹਾਡੇ ਦਿਮਾਗ ਦੇ ਵਿੱਚ ਆਪਣਾ ਗੇਟ ਸ਼ੁਰੂ ਹੋ ਜਾਂਦਾ, ਜਾਂ ਉਹਦੇ ਬਾਹਰ ਲੱਗਾ ਆ ਜਿਹੜਾ ਆਪਣੇ ਉੱਥੇ ਬੋਰਡ ਲੱਗਾ ਆ ਉਹ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ। ਤਾਂ ਕੀ ਅਸੀਂ ਕੋਈ ਵੀ ਗੱਲ ਕਰਦੇ ਹਾਂ ਤੇ ਬੱਚੇ ਦਿਮਾਗ 'ਚ ਪਹਿਲਾਂ ਉਸ ਚੀਜ਼ ਦਾ चित्र बनना शुरू हो जाता है। उस चित्र का वर्णन वह चित्र बनाकर या शब्दों में करता है। बच्चे का भाषा या ड्राइंग सीखना प्रतीकात्मक योग्यता के सूचक है। ठीक है, ਹੁਣ ਦੇਖੋ ਬੱਚੇ ਆਪਸ ਵਿੱਚ ਖੇਡਦੇ ਨੇ ਜਾਂ ਬੱਚਾ ਆਪਣੇ ਆਪ ਨਾਲ ਖੇਡਦਾ ਹੈ ਤਾਂ ਉਦੋਂ ਕੀ ਕਰਦਾ, ਕੋਈ ਡਰਾਇੰਗ ਜਿਹੜੀ ਹੋਏਗੀ ਨਾ, ਡਰਾਇੰਗ ਦੇ ਵਿੱਚੋਂ ਵੀ ਉਹ ਚੀਜ਼ਾਂ ਨਿਕਲ ਕੇ ਬਾਹਰ ਆਉਂਦੀਆਂ ਨੇ। ਭਾਵੇਂ ਉਹਦੀ ਡਰਾਇੰਗ ਬਹੁਤ ਵਧੀਆ ਪੱਧਰ ਦੀ ਨਾ ਹੋਵੇ, ਪਰ ਫਿਰ ਵੀ ਮੰਨ ਲਓ ਉਹਨੂੰ ਉਹਦੇ ਘਰੇ ਪਹਿਲਾਂ ਉਹਦਾ
ਪਹਿਲਾਂ ਉਹਦੇ ਆਲੇ ਦੁਆਲੇ ਵਿੱਚ ਉਹਨੇ ਕੀ ਦੇਖਿਆ, ਉਹਨਾਂ ਦੇ ਮਾਪਿਓ ਦੇਖੇ ਹੁੰਦੇ ਨੇ, ਭੈਣ ਭਰਾ ਦੇਖੇ ਹੁੰਦੇ, ਦਾਦਾ ਦਾਦੀ ਦੇਖੇ ਹੁੰਦੇ ਨੇ, ਤਾਂ ਉਹਦੇ ਚਿੱਤਰਾਂ ਦੇ ਵਿੱਚ ਵੀ ਭਾਵੇਂ ਉਹ ਰੇਖਾ ਚਿੱਤਰ ਹੀ ਬਣਨ, ਭਾਵੇਂ ਉਹ ਵਧੀਆ ਨਾ ਬਣਨ, ਚੰਗੇ ਨਾ ਹੋਣ, ਠੀਕ ਹੈ, ਪਰ ਉਹਦੀ ਡਰਾਇੰਗ ਦੇ ਵਿੱਚ ਮੰਮੀ ਪਾਪਾ, ਠੀਕ ਹੈ, ਭੈਣ ਭਰਾ, ਜਾਂ ਕੋਈ ਉਹਦਾ ਫੇਵਰਟ ਚੀਜ਼ ਜਿਹੜੀ ਹੈਗੀ ਆ, ਫਲ ਫਰੂਟ, ਕੋਈ ਉਹਦੇ ਕਾਰ, ਆਮ ਤੌਰ ਤੇ ਬੱਚੇ ਕੀ ਹੈਗੇ ਆ ਕਿ ਕਾਰਾਂ ਦੇ ਜਿਵੇਂ ਸ਼ੌਕੀਨ ਹੁੰਦੇ ਨੇ, ਤੇ ਉਹਨਾਂ ਨੇ ਕਾਰਾਂ ਦੀਆਂ ਪਿਕਚਰਸ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ। ਜਿਹੜੀ ਚੀਜ਼ ਉਹਨਾਂ ਨੂੰ ਚੰਗੀ ਲੱਗਦੀ ਆ, ਉਹਨਾਂ ਨੂੰ ਉਹ ਉਸ ਚੀਜ਼ ਦੇ ਉਹ ਡਰਾਇੰਗ ਕਰਨੀ ਸ਼ੁਰੂ ਕਰ ਦਿੰਦੇ। ਇਹ ਵੀ ਕੀ ਹੈ ਕਿ ਕਲਪਨਾ ਸ਼ਕਤੀ ਨੂੰ ਪ੍ਰਗਟ ਕਰਨ ਦਾ ਸਾਧਨ ਹੈ। ਆਪਣੀ ਜਿਹੜੀ ਕਲਪਨਾ ਸ਼ਕਤੀ ਉਹਨਾਂ ਦੀ ਹੈ, ਜੋ ਉਹਨਾਂ ਨੇ ਕਲਪਨਾ ਕੀਤੀ, ਉਹਨੂੰ ਰਿਪਰੈਜ਼ੈਂਟ ਕਰਨ ਦਾ ਇੱਕ ਸਾਧਨ ਹੁੰਦਾ ਉਹਨਾਂ ਕੋਲ ਡਰਾਇੰਗ। ਤੇ ਜਦੋਂ ਬੱਚਾ ਡਰਾਇੰਗ ਕਰਦਾ ਤੇ ਉਦੋਂ ਕੀ ਹੈ, ਦੇਖੋ ਹੁਣ ਤੁਸੀਂ ਮੰਨ ਲਓ ਜਦੋਂ ਛੋਟੇ ਹੁੰਦੇ ਸੀਗੇ, ਜਾਂ ਆਪਾਂ ਛੋਟੇ ਹੁੰਦੇ ਸੀ, ਉਦੋਂ ਕੀ ਹੁੰਦਾ ਸੀ, ਆਪਾਂ ਨੂੰ ਕਲਾਸ ਵਿੱਚ ਕੀ ਕਿਹਾ ਜਾਂਦਾ ਸੀਗਾ, ਇੱਕ ਡਰਾਇੰਗ ਦਾ ਪੇਪਰ ਆਪਣਾ, ਇੱਕ ਭਾਵੇਂ ਉਹ ਫਾਰਮੈਲਿਟੀ ਹੁੰਦੀ ਉਹਨਾਂ ਵਾਸਤੇ, ਉਦੋਂ ਕੀ ਕਹਿੰਦੇ ਸੀ, ਆਪਦਾ ਫੇਵਰੇਟ ਫਰੂਟ ਬਣਾ ਦਿਓ, ਠੀਕ ਹੈ, ਤੇ ਫੇਵਰੇਟ ਫਰੂਟ ਭਾਵੇਂ ਆਪਾਂ ਨੂੰ, ਭਾਵੇਂ ਉਹ ਫੇਵਰੇਟ ਸੀਗਾ ਭਾਵੇਂ ਨਹੀਂ ਸੀਗਾ, ਜਿਹੜਾ ਆਪਾਂ ਨੂੰ ਸੌਖਾ ਲੱਗਦਾ ਸੀ ਅਸੀਂ ਉਹੀ ਬਣਾਉਂਦੇ ਹੁੰਦੇ ਸੀਗੇ, ਤੇ ਉਹ ਚੀਜ਼ ਆਪਾਂ ਦੇਖੀ ਹੁੰਦੀ ਸੀਗੀ, ਠੀਕ ਹੈ, ਦੇਖਣ ਤੋਂ ਬਾਅਦ ਅਸੀਂ ਉਹਨੂੰ ਬਣਾਉਣ ਦੇ ਬਾਰੇ ਸੋਚਦੇ ਸੀ। ਉਹ ਕਲਪਨਾ ਸ਼ਕਤੀ ਹੈ। ਕਲਪਨਾ ਸ਼ਕਤੀ ਡਿਵੈਲਪ ਕਰਨ ਦਾ ਤਰੀਕਾ ਹੈ ਡਰਾਇੰਗ, ਠੀਕ ਹੈ। ਤਾਂ ਇਹਨੂੰ ਤੁਸੀਂ ਐ ਯਾਦ ਰੱਖਣਾ ਕਿ ਕਲਪਨਾ ਸ਼ਕਤੀ ਹੁੰਦੀ, ਤੁਸੀਂ ਕੁਐਸਚਨ ਕਰਦੇ ਹੋ ਪਏ ਹੋ ਕਿ ਬੱਚੇ ਦੇ ਵਿੱਚ ਇਮੇਜਿਨੇਸ਼ਨ ਪਾਵਰ ਹੁੰਦੀ ਹੈ, ਕਲਪਨਾ ਸ਼ਕਤੀ ਹੁੰਦੀ ਹੈ, ਸਿੰਬੋਲਿਕ ਇਮੇਜਿਨੇਸ਼ਨ ਪਾਵਰ ਹੁੰਦੀ ਹੈ। ਤਾਂ ਉਹਨੂੰ ਰਿਪਰੈਜ਼ੈਂਟ ਕਰਨ ਵਾਸਤੇ ਤੁਸੀਂ ਕੀ ਕਹਿ ਸਕਦੇ ਕਿ ਬੱਚੇ ਜਦੋਂ ਡਰਾਇੰਗ ਕਰਦੇ ਆ, ਤਾਂ ਡਰਾਇੰਗ ਕੀ ਹੈ? ਡਰਾਇੰਗ ਉਹਨਾਂ ਦੀ ਕਲਪਨਾ ਸ਼ਕਤੀ ਨੂੰ ਪ੍ਰਗਟ ਕਰਨ ਦਾ ਸਾਧਨ ਹੈ। ਜਿਹੜੇ ਬੱਚੇ ਡਰਾਇੰਗ ਕਰਦੇ ਨੇ, ਮਤਲਬ ਉਹਨਾਂ 'ਚ ਕਲਪਨਾ ਸ਼ਕਤੀ ਆ ਗਈ, ਉਹਨਾਂ ਨੇ ਕੋਈ ਚੀਜ਼ ਸੋਚੀ, ਤਾਂ ਹੀ ਉਹਨੂੰ ਆਪਦੇ ਜਿਹੜੇ ਕੈਨਵਸ ਤੇ ਲਿਆ ਸਕਣਗੇ ਨਾ, ਠੀਕ ਹੈ। ਇੱਕ ਚੀਜ਼ ਸਾਡੇ ਦਿਮਾਗ ਦੇ ਵਿੱਚ ਬੈਠੀ ਹੋਈ ਆ, ਹਰ ਇੱਕ ਚੀਜ਼ ਦਾ ਆਪਾਂ ਮਾਡਲ ਨਹੀਂ ਦਿਖਾ ਸਕਦੇ। ਮੰਨ ਲਓ ਉਹਨਾਂ ਦਿਮਾਗ ਦੇ ਵਿੱਚ ਉਹਨਾਂ ਨੇ ਪੇੜ ਬਣਾ ਦਿੱਤਾ, ਪਹਾੜ ਬਣਾ ਦਿੰਦੇ ਨੇ ਬੱਚੇ, ਪਹਾੜ ਉਹਨਾਂ ਦੇਖੇ ਤਾਂ ਜੇ ਸਾਰਿਆਂ ਨੇ ਹੁੰਦੇ ਨਹੀਂ, ਸਿਰ ਇੱਕ ਇਮੇਜਿਨੇਸ਼ਨ ਪਾਵਰ ਹੈ ਨਾ ਕਿ ਪਹਾੜ ਇਹੋ ਜਿਹੇ ਹੁੰਦੇ ਨੇ, ਠੀਕ ਹੈ, ਉੱਤੇ ਬਰਫ਼ ਹੁੰਦੀ ਹੈ, ਤਾਂ ਉਹ ਉਹੋ ਜਿਹੇ ਰੰਗ ਕਰ ਦਿੰਦੇ ਆ। ਸਮੁੰਦਰ ਅਸੀਂ ਸਾਰਿਆਂ ਨੇ ਦੇਖਿਆ ਥੋੜਾ ਹੈ, ਅਸੀਂ ਸਮੁੰਦਰ ਬਣਾਉਂਦੇ ਆ। बच्चे का भाषा या ड्राइंग सीखना प्रतीकात्मक योग्यता के सूचक है। वास्तव में भाषा प्रतीकात्मक विचार शक्ति का वह साधन है जो सबसे महत्वपूर्ण व व्यापक रूप से प्रयुक्त होता है। जन्मोपरांत प्रथम वर्ष के आसपास बालिका पहला शब्द बोलना सीखती है। देखो ये बार बार गल आ रही है, दिमाग तुहाडे च बैठ जानी चाहिए हुण, ठीक है। रिपीट करा करो, जिहड़ी गल बार बार आ रही दिमाग दे विच उहनूं बिठाओ कि बच्चा अपना पहला शब्द कदों सीखदा। आपां गल कीती कि 10वें महीने तो बाद आम तौर ते बच्चा अपना पहला शब्द बोलना शुरू कर दिंदा है, ठीक है। ਤਾਂ 1 साल की उम्र जी है, 1 साल ਦੇ ਵਿੱਚ ਆਪਾਂ आम तौर ਤੇ ਮੰਨਦੇ ਹਾਂ कि बच्चे बोलना शुरू कर ਦਿੰਦੇ ਨੇ। 1 से 2 वर्षों की अवधि में वह 100 शब्दों के लगभग सीख जाता है। 2 वर्ष की आयु में मानसिक संकल्पना और प्रतीकात्मक विचार शक्ति पूर्णतः स्थापित हो जाती है, ठीक है। 2 साल तक ਅਸੀਂ ਕੀ ਮੰਨਦੇ ਹਾਂ ਕਿ 2 ਸਾਲ ਦੇ ਜਿਹੜੇ ਬੱਚੇ ਹੁੰਦੇ ਉਹਨਾਂ 'ਚ ਮਾਨਸਿਕ ਸੰਕਲਪ ਕਰਨਾ, ਕੋਈ ਦਿਮਾਗ ਦੇ ਚੀਜ਼ ਸੋਚਣੀ, ਜਿਹਨੂੰ ਕਲਪਨਾ ਹੀ ਆਪਾਂ ਕਹਿ ਲਈਏ, ਤਾਂ ਉਹ ਚੀਜ਼ ਜਾਂ ਪ੍ਰਤੀਕਾਤਮਕ ਵਿਚਾਰ ਸ਼ਕਤੀ। ਪ੍ਰਤੀਕ ਮਤਲਬ ਸਿੰਬੋਲਿਕ, ਕੋਈ ਚੀਜ਼ ਅਸੀਂ ਓਰੀਜਨਲ ਨਹੀਂ ਦੇਖ ਰਹੇ, ਉਹਨੂੰ ਆਪਣੇ ਦਿਮਾਗ ਵਿੱਚ ਬਿਠਾ ਲਿਆ ਕਿ ਉਹ ਇਹੋ ਜਿਹੀ ਹੁੰਦੀ ਹੈ, ਠੀਕ ਹੈ। ਜਿਵੇਂ ਅਸੀਂ ਆਮ ਤੌਰ ਤੇ ਆਪਣੇ ਪੰਜਾਬ ਜਿਹੜੇ ਵਾਸੀ ਹੈਗੇ ਆ, ਆਪਾਂ ਦਰਬਾਰ ਸਾਹਿਬ ਜ਼ਰੂਰ ਦੇਖਿਆ, ਜਦੋਂ ਵੀ ਦਰਬਾਰ ਸਾਹਿਬ ਦੀ ਗੱਲ ਆਉਂਦੀ ਸਾਡੇ ਦਿਮਾਗ 'ਚ ਉਸੇ ਵੇਲੇ, ਠੀਕ ਹੈ, ਸਭ ਤੋਂ ਤੇਜ਼ ਕੀ ਚੱਲਦਾ ਹੈ? ਅਸੀਂ ਕਹਿੰਦੇ ਪ੍ਰਕਾਸ਼ ਸਭ ਤੋਂ ਤੇਜ਼ ਹੈ, ਠੀਕ ਹੈ। ਪਰ ਉਸ ਤੋਂ ਵੀ ਤੇਜ਼ ਕੀ ਚੀਜ਼ ਹੁੰਦੀ? ਉਸ ਤੋਂ ਵੀ ਤੇਜ਼ ਸਾਡੀ ਮਨ ਦੀ ਸ਼ਕਤੀ ਹੈ, ਠੀਕ ਹੈ, ਸਾਡੀ ਇਮੈਜੀਨੇਸ਼ਨ ਪਾਵਰ ਉਸ ਤੋਂ ਵੀ ਤੇਜ਼ ਹੈ। ਕਿ ਅਸੀਂ ਦਰਬਾਰ ਸਾਹਿਬ ਦੀ ਗੱਲ ਅਜੇ ਮੈਂ ਕਰ ਰਿਹਾ ਕਿ ਤੁਹਾਡੇ ਦਿਮਾਗ 'ਚ ਉਸੇ ਵੇਲੇ ਦਰਬਾਰ ਸਾਹਿਬ ਦਾ ਜਿਹੜਾ ਚਿੱਤਰ ਹੈ ਉਹ ਆਉਣਾ ਸ਼ੁਰੂ ਹੋ ਜਾਂਦਾ ਹੈ। और इसके पश्चात बच्चे तीव्रता से शब्द सीखते हैं, ठीक है जी। फंटेसी जो प्रतीकात्मक विचार शक्ति का प्रमाण है, पूर्व सक्रियात्मक विचार शक्ति को संवेदी क्रियात्मक विचार शक्ति से अलग करती है। इन्हों तुसी इन्ना डीपली ना भी लिखोगे तां भी चल जाएगा। फंटेसी शब्द जिहड़ा हैगे आपां अगे गल करने अगले पहले दे विच, ਇਹ ਕਹਿੰਦੇ ਆ ਕਿ ਪੂਰਵ ਸੰਕ੍ਰਿਆਤਮਕ ਵਿਚਾਰ ਸ਼ਕਤੀ। ਇਹ ਕਿਉਂਕਿ ਆਪਾਂ ਟੌਪਿਕ ਅਜੇ ਕੰਪਲੀਟ ਨਹੀਂ ਕੀਤਾ, ਜਿਹੜਾ ਪਿਆਜੇ ਵਾਲਾ ਕਨਸੈਪਟ ਹੈ ਉਹਦੇ ਵਿੱਚ ਹੈ ਸਾਰਾ ਕੁਝ, ਠੀਕ ਹੈ। ਪੂਰਵ ਸੰਕ੍ਰਿਆਤਮਕ ਪੱਧਰ ਕੀ ਹੁੰਦਾ ਹੈ ਜਾਂ ਉਸ ਤੋਂ ਬਾਅਦ ਵਾਲਾ ਪੱਧਰ ਕੀ ਹੁੰਦਾ ਹੈ। शाला पूर्व बच्चों का संसार फैंटेसी से परिपूर्ण होता है। ਹੁਣ ਦੇਖੋ ਆਪਾਂ ਇਹਨੂੰ ਡਿਸਕਸ ਕਰਦੇ ਆ, ਤੁਹਾਨੂੰ ਸਾਰਾ ਪਤਾ ਸਾਰਿਆਂ ਨੂੰ ਹੈ, ਸਿਰਫ ਆਪਾਂ ਇੱਥੇ ਜਦੋਂ ਗੱਲ ਕਰਾਂਗੇ ਸ਼ਬਦ ਦੀ, ਉਹ ਕੀ ਹੁੰਦਾ ਕਿ ਉਹਦੇ ਬਾਰੇ ਆਪਾਂ ਗੱਲ ਕਰਦੇ ਆ। ਆਮ ਤੌਰ ਤੇ ਆਪਣੇ ਘਰਾਂ ਦੇ ਵਿੱਚ ਜਿਹੜੇ ਬੱਚੇ ਹੈਗੇ ਆ, ਜਦੋਂ ਆਪਦੇ ਫਰੈਂਡ ਸਰਕਲ ਦੇ ਵਿੱਚ ਬੈਠਦੇ ਆ, ਠੀਕ ਹੈ, ਜਦੋਂ ਆਪਣੇ ਫਰੈਂਡ ਸਰਕਲ ਦੇ ਵਿੱਚ ਬੈਠਦੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ, ਤਾਂ ਉਹ ਸੰਸਾਰ ਉਹਨਾਂ ਦਾ ਫੈਂਟੈਸੀ ਭਰਿਆ ਹੁੰਦਾ ਹੈ। ਜਾਂ ਬੱਚਾ ਇਕੱਲਾ ਵੀ ਬੈਠਾ ਹੈ, ਇਕੱਲਾ ਬੈਠਾ ਉਹ ਕੀ ਗੱਲਾਂ ਕਰਦਾ ਹੈ? ਆਪਦੀ ਲੜਕੀ ਹੈ ਤਾਂ ਆਪਣੀਆਂ ਗੁੱਡੀਆਂ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ। ਜਿਹੜਾ ਗੁੱਡੀ ਹਾਊਸ ਉਹਦਾ ਡੋਲ ਹਾਊਸ ਹੈ,
ਜਾਂ ਜੋ ਵੀ ਤੁਸੀਂ ਉਹਨੂੰ ਲਿਆ ਕੇ ਦਿੱਤਾ ਹੋਇਆ ਘਰ ਦੇ ਵਿੱਚ, ਉਹ ਉਹਦੇ ਵਾਸਤੇ ਉਹ ਜੀਵਤ ਚੀਜ਼ਾਂ ਹੋ ਜਾਂਦੀਆਂ ਨੇ, ਉਹਦੇ ਫਰੈਂਡ ਸਰਕਲ ਬਣ ਜਾਂਦਾ, ਉਹਦਾ ਐਂ ਲੱਗਦਾ ਕਿ ਉਹਦੇ ਪਰਿਵਾਰ ਦਾ ਮੈਂਬਰ ਨੇ, ਉਹਨਾਂ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ। ਠੀਕ ਹੈ, ਉਹਨਾਂ ਨਾਲ ਆਪਣਾ ਖਾਣਾ ਪੀਣਾ ਸਾਂਝਾ ਕਰਦੇ ਨੇ, ਜੋ ਵੀ ਆਪਾਂ ਆਪਦੇ ਵੱਡੇ ਵਡੇਰੇ ਆਪਣੇ ਘਰ ਦੇ ਵਿੱਚ ਕਰਦੇ ਨੇ, ਉਹ ਹਰਕਤਾਂ ਸਾਰੀਆਂ ਉਹ ਬੱਚੇ ਉਹਨਾਂ ਨਾਲ ਕਰਦੇ ਨੇ। ਤਾਂ ਇਹ ਕੀ ਇੱਕ ਫੈਂਟੈਸੀ, ਉਹਨਾਂ ਦਾ ਇੱਕ ਸੰਸਾਰ ਇਸ ਤਰ੍ਹਾਂ ਦਾ ਹੁੰਦਾ, ਕਲਪਨਾ ਸ਼ਕਤੀ, ਕਲਪਨਾਮਈ ਸੰਸਾਰ ਹੁੰਦਾ ਉਹਨਾਂ ਨੇ, ਜਿਹਦੇ ਵਿੱਚ ਸਾਰੇ ਪਾਤਰ ਉਹਨਾਂ ਦੇ ਜਿਹੜੇ ਨੇ ਉਹ ਕਲਪਨਾਮਈ ਪਰਿਵਾਰ ਦੇ ਪਾਤਰ ਬਣ ਜਾਂਦੇ ਨੇ। ਉਦਾਹਰਨ ਦੇ ਤੌਰ ਤੇ ਅਸੀਂ ਗੱਲ ਕਰਦੇ ਹਾਂ ਕਿ ਬੱਚਾ ਆਪਦੇ ਬੈਟ ਦੇ ਨਾਲ ਵੀ, ਠੀਕ ਹੈ, ਕਈ ਵਾਰੀ ਆਪਦੀ ਸੋਟੀ ਦੇ ਨਾਲ, ਬੈਟ ਦੇ ਨਾਲ, ਉਹਨਾਂ ਨਾਲ ਵੀ ਗੱਲਾਂ ਕਰ ਸਕਦਾ, ਉਹਨਾਂ ਨੂੰ ਜਹਾਜ਼ ਬਣਾ ਸਕਦਾ, ਉਹਨਾਂ ਨੂੰ ਕਾਰ ਬਣਾ ਸਕਦਾ, ਉਹਨਾਂ ਨੂੰ ਘੋੜਾ ਬਣਾ ਸਕਦਾ, ਉਹਨਾਂ ਨਾਲ ਖੇਡ ਸਕਦਾ। ਠੀਕ ਹੈ, ਉਹਦੀ ਇਮੈਜੀਨੇਸ਼ਨ ਪਾਵਰ ਆ ਕੇ ਉਹ ਕੋਈ ਵੀ ਚੀਜ਼ ਉਹਦੇ ਕੋਲੇ ਪਈ ਹੈਗੀ, ਤੁਸੀਂ ਉਹਨੂੰ ਪੁੱਛੋਗੇ ਕਿ ਇਹ ਕੀ ਆ, ਇਹ ਮੇਰਾ ਘਰ ਹੈ। ਠੀਕ ਹੈ, ਆਹ ਕੌਣ ਆ, ਇਹ ਮੇਰੇ ਪਾਪਾ। ਠੀਕ ਹੈ, ਆਹ ਕੌਣ ਹੈ, ਇਹਦੇ ਮੇਰੇ ਫਰੈਂਡ ਹੈਗੇ ਆ। ਆਹ ਕੋਈ ਆ, ਆ ਸਾਡੇ ਘਰੇ ਡੌਗ ਆਇਆ, ਜਾਂ ਕੁਛ ਵੀ ਉਹ ਕਹਿ ਸਕਦੇ ਕਿ ਹਾਂ ਆਹ ਚੀਜ਼, ਭਾਵੇਂ ਉਹਦੀ ਸ਼ਕਲ ਉਹੋ ਜਿਹੀ ਹੋਵੇ ਨਾ ਹੋਵੇ, ਉਹਨੇ ਇੱਕ ਇਮੈਜੀਨੇਸ਼ਨ ਕਰ ਲਈ ਕਿ ਆਹ ਚੀਜ਼ ਹੈ। ਇਹ ਉਹਨਾਂ ਦਾ ਫੈਂਟੈਸੀ ਦੁਨੀਆ ਹੈ, ਉਹਨਾਂ ਦੀ ਫੈਂਟੈਸੀ ਵਰਲਡ ਹੈ। ਠੀਕ ਹੈ, ਇਹਨਾਂ ਦੀ ਕਲਪਨਾ ਦਾ ਸੰਸਾਰ ਹੈ। ਤਾਂ ਹੋਰ ਇੱਥੇ ਕੀ ਹੋ ਜਾਂਦਾ, ਹੋਰ ਇੱਥੇ ਹੋ ਜਾਂਦਾ ਕਿ ਬੱਚੇ ਕਹਾਣੀਆਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ। ਥੋੜਾ ਜਿਹਾ ਜਦੋਂ ਬੱਚਾ ਗਰੋ ਕਰਦਾ ਹੈ, ਉਹ ਕਹਾਣੀਆਂ ਬਣਾਉਣੀਆਂ ਸ਼ੁਰੂ ਕਰਦੇ ਨੇ। ਉਹਦੀ ਕਹਾਣੀਆਂ ਦੇ ਹੀਰੋ ਕੌਣ ਹੁੰਦੇ ਨੇ, ਪਹਿਲੇ ਹੀਰੋ ਜਾਂ ਪਹਿਲੇ ਮੁੱਖ ਪਾਤਰ ਉਹਦੇ ਕੌਣ ਹੁੰਦੇ ਨੇ, ਉਹਦੇ ਮਾਂ-ਪਿਓ ਹੋ ਸਕਦੇ ਨੇ। ਠੀਕ ਹੈ, ਆਮ ਤੌਰ ਤੇ ਜਿਵੇਂ ਤੁਸੀਂ ਕਈ ਵਾਰੀ ਹੋ ਸਕਦਾ ਆਪਾਂ ਵੀ ਛੋਟਿਆਂ ਹੁੰਦੇ ਨੇ ਕੀਤੀਆਂ ਹੋਣ, ਕਿ ਅਸੀਂ ਕਹਿੰਦੇ ਕਿ ਜਿਹਨੂੰ ਆਪਾਂ ਕਹਿੰਦੇ ਕਿ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ, ਮੇਰੇ ਪਾਪਾ ਐਂ ਕਰਦੇ ਸੀ, ਮੇਰੇ ਪਾਪਾ ਐਂ ਕਰਦੇ ਸੀ, ਉਹਨਾਂ ਕੋਲੇ ਬੰਦੂਕ ਆ, ਉਹਨਾਂ ਕੋਲੇ ਆਹ ਕੁਛ ਹੈ। ਕਰਦੇ ਨਾ ਬੱਚੇ ਇਸ ਤਰ੍ਹਾਂ ਗੱਲਾਂ ਕਿ ਹਾਂ ਮੇਰੇ ਪਾਪਾ ਇੱਥੇ ਗਏ ਸੀਗੇ, ਜਦੋਂ ਸਿਰਫ ਇਹ ਕਿ ਇੱਕ ਦੂਜੇ ਨਾਲ ਵਧਾ ਚੜਾ ਕੇ ਗੱਲਾਂ ਕਰਨੀਆਂ। ਫੈਂਟੈਸੀ ਵਾਲਾ ਦਿਮਾਗ ਹੁੰਦਾ ਉਹਨਾਂ ਦਾ, ਕਿ ਵੱਡੀਆਂ ਵੱਡੀਆਂ ਗੱਲਾਂ ਸੋਚ ਸਕਦੇ ਨੇ। ਉਹ ਘਰੇ ਬੈਠੇ ਆਪਣੇ ਆਪ ਨੂੰ ਇਮੈਜੀਨੇਸ਼ਨ ਦੇ ਵਿੱਚ ਲਿਜਾ ਸਕਦੇ ਨੇ ਕਿ ਹਾਂ ਮੈਂ ਜੰਗਲ ਦੇ ਵਿੱਚ ਗਿਆ ਸੀ, ਉੱਥੇ ਮੈਨੂੰ ਸ਼ੇਰ ਮਿਲਿਆ ਸੀਗਾ, ਉਹਨੇ ਮੇਰੇ ਨਾਲ ਆਹ ਵਰਤਾਰਾ ਕੀਤਾ, ਜਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਬਣਾਉਣੀਆਂ ਸ਼ੁਰੂ ਕਰ ਲੈਂਦੇ ਨੇ। ਉਹ ਫੈਂਟੈਸੀ ਹੈ। ਫੈਂਟੈਸੀ ਕੀ ਹੁੰਦਾ, ਜਿਵੇਂ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਉਹ ਪਾਤਰ, ਉਹ ਕਹਾਣੀਆਂ ਦੇ ਉਹ ਪਾਤਰ, ਜਿਵੇਂ ਕਾਮਿਕਸ ਹੁੰਦੀਆਂ ਨੇ ਬੱਚਿਆਂ ਦੀਆਂ, ਅੱਜ ਕੱਲ ਤਾਂ ਪਤਾ ਨਹੀਂ ਪੜ੍ਹਦੇ ਕਿ ਨਹੀਂ ਪੜ੍ਹਦੇ, ਪਹਿਲਾਂ ਕਾਮਿਕਸ ਬਹੁਤ ਜ਼ਿਆਦਾ ਚੱਲਦੀ ਹੁੰਦੀ ਸੀ। ਕਾਮਿਕਸ ਦੇ ਵਿੱਚ ਕੀ ਹੁੰਦਾ ਸੀਗਾ ਕਿ ਇਸ ਤਰ੍ਹਾਂ ਦੇ ਪਾਤਰ ਹੁੰਦੇ ਸੀਗੇ, ਜਿਵੇਂ ਸੁਪਰਮੈਨ ਵਗੈਰਾ ਹੈਗੇ, ਇਹ ਥੋੜੇ ਜਿਹੇ ਅਲੱਗ ਤਰ੍ਹਾਂ ਦੇ ਕਹਿੰਦੇ ਫੈਂਟੈਸੀ ਵਾਲੇ, ਜਿਵੇਂ ਭੂਤ ਪ੍ਰੇਤ ਵਾਲੇ ਪਾਤਰ ਹੋ ਗਏ। ठीक है, फैंटम एक पात्र ਹੁੰਦਾ ਸੀ कॉमिक्स ਦੇ ਵਿੱਚ, फैंटम। आमतौर पर बच्चे शालापूर्व बच्चों के प्रारंभ में झूठ मूठ खेल देखने आमतौर पर शालापूर्व बच्चों वर्षों के प्रारंभ में झूठ मूठ खेल देखने को मिलते हैं। जैसे जैसे बालिका की कल्पना शक्ति में वृद्धि होती है, वैसे वैसे ये खेल और विस्तृत होते जाते हैं। 2.5 वर्षीय तुतुल डंडी से खेलते हुए उसे डंडी को जमीन पर घसीटना शुरू कर देता है। बहन के पूछने पर वह बताती है कि वह कुत्ते को सैर करा रही है। ठीक है, ਆਪਣੇ ਨਾਲ ਇੱਕ ਡੰਡਾ ਫੜ ਕੇ ਉਹਨੂੰ ਨਾਲ ਘੁਮਾ ਰਿਹਾ ਹੈ ਬੱਚਾ, ਤੇ ਉਹ ਉਹਦੀ ਜਦੋਂ ਭੈਣ ਨੂੰ ਪੁੱਛਦੀ ਤਾਂ ਉਹਨੂੰ ਦੱਸਦਾ ਕਿ ਮੈਂ ਉਹਦੇ ਕੁੱਤੇ ਨੂੰ ਸੈਰ ਕਰਾ ਰਿਹਾ। ਤਾਂ ਇਸ ਤਰ੍ਹਾਂ ਇਹ ਕਹਾਣੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਉਹਨਾਂ ਦੀਆਂ। इसके विपरीत 4 वर्षीय पिंकू का परिकल्प खेल और भी व्यापक है। वह एक कागज में धागा बांधकर धागे को पकड़कर भागती है। वह झूठ मूठ में ही ऐसा मानती है कागज एक चिड़िया है और वह चिड़िया का उसका पीछा कर रही है। ठीक है, वो अपने आप मनना शुरू कर देना कि मेरे पीछे एक चिड़िया लगी हुई है जो मेरा पीछा कर रही है। ਤਾਂ ਇਸ ਤਰ੍ਹਾਂ ਨੇ ਤੁਸੀਂ ਆਪਦੇ ਕੋਲੋਂ ਉਦਾਹਰਨਾਂ ਲਿਖ ਸਕਦੇ ਹੋ। ਦੇਖੋ ਕਿੰਨੀਆਂ ਗੱਲਾਂ ਅਸੀਂ ਕੀਤੀਆਂ, ਇਹ ਕੁਝ ਤੁਸੀਂ ਆਪਦੇ ਆਲੇ ਦੁਆਲੇ, ਆਪਦੇ ਸਕੂਲ ਦੇ ਵਿੱਚ ਜਾਂ ਆਪਦੇ ਘਰ ਦੇ ਵਿੱਚ ਚੀਜ਼ਾਂ ਦੇਖਦੇ ਹੋ। ਠੀਕ ਹੈ, ਤੁਹਾਡੇ ਕੋਲੇ ਬੈਠਾ ਬੱਚਾ ਜਿਹੜਾ ਹੈਗਾ, ਜੇ ਤੁਸੀਂ ਉਹਨੂੰ ਜਿਹੜੇ ਹੁੰਦੇ ਬਲੌਕਸ ਹੁੰਦੇ ਉਹ ਲਿਆ ਕੇ ਦਿੰਦੇ, ਉਹਨਾਂ ਨਾਲ ਦੇਖੋ ਕਿੰਨੀਆਂ ਚੀਜ਼ਾਂ ਬਣਾ ਲੈਂਦਾ। ਭਾਵੇਂ ਉਹ ਚੀਜ਼ ਕੋਈ ਬਣਦੀ ਦਿਸਦੀ ਨਾ ਵੀ ਹੋ, ਪਰ ਉਹਦੇ ਕਲਪਨਾਮਈ ਸੰਸਾਰ ਦੇ ਵਿੱਚ ਉਹ ਚੀਜ਼ ਹੁੰਦੀ ਹੈ। ਉਹ ਸਕੂਟਰ ਬਣਾ ਸਕਦਾ, ਮੋਟਰ ਕਾਰ ਬਣਾ ਸਕਦਾ, ਉਹਦੇ ਦਿਮਾਗ ਦੇ ਵਿੱਚ ਉਹਦੀ ਇਹ ਚੀਜ਼ ਹੁੰਦੀ ਹੈ। ਸਰਾਣੇ ਰੱਖ ਕੇ ਦੇਖੋ ਘਰਾਂ 'ਚ ਕੀ ਕਰਦੇ ਬੱਚੇ, ਬੈੱਡ ਦੇ ਉੱਤੇ ਸਰਾਣੇ ਰੱਖ ਕੇ ਉਹਦੀ ਕਾਰ ਬਣਾਉਣੀ ਸ਼ੁਰੂ ਕਰ ਦਿੰਦੇ ਆ ਵੀ ਇਹ ਮੇਰੀ ਕਾਰ ਆ। ਠੀਕ ਹੈ, ਕੋਈ ਚੀਜ਼ਾਂ ਰੱਖ ਕੇ ਵਿੱਚ, ਜਿਵੇਂ ਮੋਬਾਈਲ ਵਗੈਰਾ ਰੱਖ ਕੇ, ਉਹਨਾਂ ਨੂੰ ਉਹ ਜੋ ਕੰਸੈਪਟ ਕਾਰਸ ਦੇ ਵਿੱਚ ਹੁੰਦਾ ਜਾਂ ਸਕੂਟਰ ਮੋਟਰਸਾਈਕਲ ਦੇ ਵਿੱਚ ਹੁੰਦਾ, ਉਸ ਤਰ੍ਹਾਂ ਦੇ ਕੰਸੈਪਟ ਬਣਾਉਣੇ ਸ਼ੁਰੂ ਕਰ ਦਿੰਦੇ। ਤੁਹਾਡੇ ਉੱਤੇ ਪੈ ਕੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਕਿ ਹਾਂ ਮੇਰਾ ਮੋਟਰਸਾਈਕਲ ਹੈ ਜਾਂ ਸਕੂਟਰ ਹੈ। ਇਹ ਕੀ ਹੈ, ਕਲਪਨਾ ਸ਼ਕਤੀ ਉਹਨਾਂ ਦੀ ਬੱਚਿਆਂ ਦੀ। शालापूर्व बच्चे अपने हम उम्र बच्चों से, ਹੁਣ ਦੇਖੋ ਇਹ ਹੋਰ ਕੀ ਹੋ ਸਕਦਾ, ਇੱਕ ਚੀਜ਼ ਹੋਰ, ਗੱਲਾਂ ਤਾਂ ਆਪਾਂ ਕਰ ਲਈਆਂ ਕਿ ਕੀ ਕੁਝ ਹੋ ਸਕਦਾ ਹੈ। ਠੀਕ ਹੈ, ਜਿਵੇਂ ਅਸੀਂ ਗੱਲਾਂ ਕਰ ਲਈਆਂ, ਜੰਗਲ ਦੀਆਂ ਗੱਲਾਂ ਕਰ ਲਈਆਂ, ਬੱਚੇ ਜੰਗਲ ਦੀਆਂ ਕਹਾਣੀਆਂ ਸੁਣਾ ਸਕਦੇ, ਪਹਾੜਾਂ ਦੀਆਂ ਕਹਾਣੀਆਂ ਸੁਣਾ ਸਕਦੇ ਨੇ, ਕਿਤੇ ਵੀ ਜਾਣ ਦੀਆਂ ਕਹਾਣੀਆਂ ਸੁਣਾ ਸਕਦੇ ਨੇ, ਆਕਾਸ਼ ਦੀਆਂ ਕਹਾਣੀਆਂ ਸੁਣਾ ਸਕਦੇ ਨੇ। ਉਹ ਆਪਸ ਵਿੱਚ ਇਹੋ ਜਿਹੀਆਂ ਗੱਲਾਂ ਕਰਦੇ ਨੇ, ਪਰ ਇਹਦਾ ਇੱਕ ਕਿਤੇ ਜਾ ਕੇ ਨਾ ਇੱਕ ਨੈਗੇਟਿਵ ਪ੍ਰਭਾਵ ਵੀ ਹੁੰਦਾ ਹੈ। ਕਈ ਵਾਰੀ ਕੀ ਹੁੰਦਾ ਕਿ ਸਾਡੇ ਘਰਾਂ ਦਾ ਮਾਹੌਲ ਇਸ ਤਰ੍ਹਾਂ ਦਾ ਹੋ ਜਾਂਦਾ, ਜਿੱਥੇ ਮਾਂ-ਬਾਪ ਜਿਹੜੇ ਹੈਗੇ ਆ ਉਹ ਬੱਚੇ ਦੇ ਧਿਆਨ ਨਹੀਂ ਦਿੰਦੇ। ਉਦੋਂ ਬੱਚਾ ਕੀ ਹੈਗਾ, ਅਗਰ ਇਕੱਲਾ ਆਪਣੇ ਆਪ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਸਨੇ, ਅਗਰ ਉਹ ਸਿਰਫ ਆਪਦੇ ਸੰਸਾਰ ਦੇ ਵਿੱਚ ਇੰਨਾ ਹੀ ਲਿਪਤ ਹੋ ਗਿਆ
ਕਿ ਉਹਨੂੰ ਬਾਹਰੀ ਸੰਸਾਰ ਬਾਰੇ ਕੁਝ ਪਤਾ ਹੀ ਨਹੀਂ ਕਿ ਉਹਦੇ ਘਰੇ ਕੀ ਵਾਪਰ ਰਿਹਾ ਹੈ ਜਾਂ ਉਹਦੇ ਆਸ-ਪਾਸ ਉਹਦੇ ਮਾਂ-ਬਾਪ ਕੀ ਕਰ ਰਹੇ ਨੇ। ਅਗਰ ਇਸ ਤਰ੍ਹਾਂ ਦਾ ਬੱਚੇ ਦਾ ਵਿਵਹਾਰ ਬਣ ਜਾਣਾ ਤਾਂ ਉਹਨੂੰ ਸਾਨੂੰ ਟੋਕਣਾ ਵੀ ਚਾਹੀਦਾ ਹੈ, ਕਿਉਂਕਿ ਇਹ ਨਾ ਹੋਵੇ ਕਿ ਉਹ ਸਿਰਫ ਆਪਦੀ ਵਿਚਾਰ ਸ਼ਕਤੀ ਦੇ ਵਿੱਚ ਜਾਂ ਆਪਦੀ ਕਲਪਨਾ ਵਿੱਚ ਸੰਸਾਰ ਦੇ ਵਿੱਚ ਇੰਨਾ ਹੀ ਡੂੰਘਾ ਲੈ ਜਾਵੇ ਕਿ ਅਸੀਂ ਉਹਨੂੰ ਮੁੜ ਕੇ ਵਾਪਸ ਨਾ ਲੈ ਕੇ ਆ ਸਕੀਏ। ਠੀਕ ਹੈ, ਕਿਉਂਕਿ ਬੌਧਿਕ ਵਿਕਾਸ ਦੇ ਨਾਲ ਸਾਨੂੰ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਸਿਰਫ ਉਹਦੇ ਕਲਪਨਾਮਈ ਸੰਸਾਰ ਦੇ ਵਿੱਚ ਨਾ ਵਿਚਰਦਾ ਰਹੇ, ਸਿਰਫ ਉਹ ਕੱਲਾ ਹੀ ਨਾ ਇਹਨਾਂ ਚੀਜ਼ਾਂ ਨਾਲ ਗੱਲਾਂ ਕਰਦਾ ਰਹੇ, ਉਹਦੀ ਆਦਤ ਨਾ ਬਣ ਜਾਵੇ ਇਹ ਇਸ ਤਰ੍ਹਾਂ ਦੀ। ਇਹ ਸਿਰਫ ਇੱਕ ਏਜ ਗਰੁੱਪ ਦਾ ਰਹਿਣਾ ਚਾਹੀਦਾ ਕਿ ਹਾਂ ਉਸ ਏਜ ਗਰੁੱਪ ਦੇ ਵਿੱਚ ਬੱਚੇ ਆਪਸ ਵਿੱਚ ਗੱਲਾਂ ਕਰਦੇ ਨੇ, ਖੇਡਦੇ ਨੇ, ਤੁਸੀਂ ਉਹਨੂੰ ਪੁੱਛੋ। ਆਮ ਤੌਰ ਤੇ ਚਾਹੀਦਾ ਕਿ ਇਹ ਬੱਚਾ ਉਹ ਕਰਦਾ ਪਿਆ ਨਾ ਕਿ ਤੁਹਾਨੂੰ ਪੁੱਛਣਾ ਵੀ ਚਾਹੀਦਾ, ਤੁਹਾਨੂੰ ਗੱਲਾਂ ਕਰਨੀਆਂ ਚਾਹੀਦੀਆਂ ਉਹਨਾਂ ਨਾਲ ਕਿ ਹਾਂ ਬੇਟਾ ਕੀ ਕਰ ਰਹੇ ਹੋ ਤੁਸੀਂ, ਇਹ ਕੀ ਹੈ, ਕੀ ਬਣਾਇਆ ਹੈ ਤੁਸੀਂ, ਪੁੱਛੋ ਉਹਨੂੰ, ਉਹਦੀ ਇਮੇਜਿਨੇਸ਼ਨ ਪਾਵਰ ਦਾ ਅੰਦਾਜ਼ਾ ਲਓ ਕਿ ਉਹ ਕੀ ਕਰ ਰਿਹਾ ਹੈ, ਉਹਦਾ ਕਿੱਥੋਂ ਤੱਕ ਸੰਸਾਰ ਵਿਕਸਿਤ ਹੋਇਆ, ਕਿਹੋ ਜਿਹੀਆਂ ਗੱਲਾਂ ਕਰਦਾ। ਕਈ ਵਾਰੀ ਇਹ ਨਾ ਹੋਵੇ ਕਿ ਬੱਚਾ ਆਪਣੇ ਆਪ ਹੀ ਕੋਈ ਆਪਦੇ ਨਾਲ ਇਹੋ ਜਿਹਾ ਪਾਤਰ ਬਿਠਾ ਲਵੇ, ਜਿਸ ਤਰ੍ਹਾਂ ਤੁਸੀਂ ਫਿਲਮਾਂ ਦੇ ਵਿੱਚ ਦੇਖਦੇ ਹੋ ਆਮ ਤੌਰ ਤੇ ਅੱਜ ਕੱਲ੍ਹ ਦੇ ਕਿੰਨੀਆਂ ਇਸ ਤਰ੍ਹਾਂ ਦੀਆਂ ਫਿਲਮਾਂ ਬਣ ਜਾਂਦੀਆਂ ਨੇ। ਠੀਕ ਹੈ, ਸਾਈਕੋ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਸਾਈਕੋ ਕ੍ਰਾਈਮ ਤੇ ਜਾਂ ਸਾਈਕੋ ਥ੍ਰਿਲਰ ਫਿਲਮਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹਨਾਂ 'ਚ ਇੱਕ ਪਾਤਰ ਆਪਣੇ ਨਾਲ ਹੀ ਲੈ ਕੇ ਬੱਚੇ ਤੁਰੇ ਫਿਰਦੇ ਨੇ ਕਿ ਹਾਂ ਉਹਦਾ ਕੋਈ ਭਰਾ ਜਾਂ ਉਹਦਾ ਦੋਸਤ ਉਹਦੇ ਨਾਲ ਤੁਰਿਆ ਫਿਰਦਾ ਹੈ। ਤਾਂ ਇਸ ਸੰਸਾਰ ਦੇ ਵਿੱਚ ਅਸੀਂ ਬੱਚੇ ਨੂੰ ਬਾਹਰ ਵੀ ਲੈ ਕੇ ਆਉਣਾ ਹੁੰਦਾ ਹੈ, ਉਹਨੂੰ ਟੋਕੋ ਜਾਂ ਉਹਨਾਂ ਗੱਲਬਾਤ ਕਰੋ ਕਿ ਹਾਂ ਕੀ ਕਰ ਰਿਹਾ ਉਹ, ਸਮਝੋ ਉਸ ਚੀਜ਼ ਨੂੰ। ਠੀਕ ਹੈ, ਆਮ ਤੌਰ ਤੇ ਇੱਕ ਚੀਜ਼ ਤੁਸੀਂ ਧਿਆਨ ਦਿਓ ਕਿ ਤੁਸੀਂ ਵੀ, ਅਸੀਂ ਵੀ, ਤੁਸੀਂ ਵੀ ਸਾਰੇ ਹੀ ਆਪਣੇ ਆਪ ਨਾਲ ਗੱਲਾਂ ਜ਼ਰੂਰ ਕਰਦੇ ਆ। ਠੀਕ ਹੈ, ਕੋਈ ਤੁਹਾਡੇ ਨਾਲ ਘਟਨਾ ਵਾਪਰੀ, ਕੋਈ ਤੁਹਾਡੇ ਨਾਲ ਗੱਲਬਾਤ ਹੋਈ, ਅਸੀਂ ਆਪਣੇ ਆਪ ਨਾਲ ਇਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ, ਉਹਨੇ ਮੇਰੇ ਨਾਲ ਇਹ ਕੀਤਾ, ਉਹਨੇ ਮੇਰੇ ਨਾਲ ਇਹ ਗੱਲਾਂ ਕੀਤੀ, ਉਹਨੂੰ ਇਹ ਨਹੀਂ ਕਰਨਾ ਚਾਹੀਦਾ ਸੀਗਾ, ਇਹ ਐ ਕਿਉਂ ਕਰਦਾ ਹੈ। ਠੀਕ ਹੈ, ਅਸੀਂ ਆਪਣੇ ਆਪ ਨਾਲ ਗੱਲਾਂ ਸ਼ੁਰੂ ਕਰ ਦਿੰਦੇ, ਇਹ ਵੀ ਸਾਡਾ ਕਲਪਨਾਮਈ ਸੰਸਾਰ ਹੁੰਦਾ। ਠੀਕ ਹੈ, ਲੈਵਲ ਬਦਲਦੇ ਰਹਿੰਦੇ ਨੇ, ਬੱਚੇ ਤੋਂ ਅਸੀਂ ਬਾਲਗ ਹੋ ਗਏ ਪਰ ਸਾਡੇ ਲੈਵਲ, ਆਪਣੇ ਆਪ ਦੇ ਲੈਵਲ ਬਦਲਦੇ ਰਹਿੰਦੇ ਨੇ, ਚੀਜ਼ਾਂ ਚੱਲਦੀਆਂ ਰਹਿੰਦੀਆਂ ਨਾਲ ਨਾਲ। ਹੁਣ ਉਸ ਤੋਂ ਅੱਗੇ ਹੈ 6ਵਾਂ ਪ੍ਰਸ਼ਨ। ਉਮੀਦ ਹੈ ਤੁਹਾਨੂੰ ਇਹ ਚੀਜ਼ ਕਲੀਅਰ ਹੋ ਗਈ ਹੋਗੀ ਕਿ ਸਿੰਬੋਲਿਕ ਇਮੇਜਿਨੇਸ਼ਨ ਐਂਡ ਫੈਂਟੈਸੀ। ਫੈਂਟੈਸੀ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਦੁਬਾਰਾ ਵਾਰ-ਵਾਰ ਦੱਸਣ ਦੀ ਲੋੜ ਹੈਗੀ ਹੈ, ਤੁਸੀਂ ਇਹਨੂੰ ਬਣਾ ਕੇ ਲਿਖ ਸਕਦੇ ਹੋ ਆਪਣੇ ਆਪ ਨੂੰ ਪ੍ਰਸ਼ਨ ਨੂੰ। अगला 6वां प्रश्न है अपने कोले, पियाजे तथा पियाजे के बाद के कुछ अनुसंधानकर्ताओं द्वारा शालापूर्व बच्चों पर किए गए शोधों का उदाहरण देते हुए बच्चे की संज्ञानात्मक प्रक्रियाओं तथा कौशलों को समझाइए या अहम केंद्रिक विचार शक्ति को स्पष्ट कीजिए। ये है राजे ईगो सर्टिज्म, अहम केंद्रिक, अहम केंद्रिता, ईगो सर्टिज्म। ਇਹ ਮੈਂ ਤੁਹਾਨੂੰ ਮੋਟੇ ਤੌਰ ਤੇ ਸਮਝਾਉਂਗਾ ਕਿ ਈਗੋਸਰਟਿਜ਼ਮ ਕੀ ਹੈ। ਉੱਥੇ ਦੇਖੋ ਆਟੋਨੋਮੀ ਸੀ, ਉਹਦਾ ਆਪ ਅੱਗੇ ਕੀਤਾ, ਉਹ ਆਟੋਨੋਮੀ ਸੀ। ਉੱਥੇ ਅਸੀਂ ਗੱਲ ਕਰਦੇ ਪਏ ਸੀਗੇ ਕਿ ਬੱਚਾ ਜਿਹੜਾ ਹੈ ਆਟੋਨੋਮੀ ਦੇ ਵਿੱਚ ਕੀ ਹੁੰਦਾ ਕਿ ਉਹ ਆਪਦੀ ਮਰਜ਼ੀ ਨਾਲ ਕੰਮ ਕਰਦਾ ਹੈ। ਉਹਦਾ ਦਿਮਾਗ ਜਿਹੜਾ ਹੁੰਦਾ ਉਹ ਇਸੇ ਚੀਜ਼ ਦੇ ਉੱਤੇ ਹੁੰਦਾ ਕਿ ਹਾਂ ਮੈਨੂੰ ਜੇ ਕੋਈ ਚੀਜ਼ ਖਾਣ ਵਾਸਤੇ ਤੁਸੀਂ ਦਿੱਤੀ ਹੈ ਤੇ ਮੈਂ ਆਪਦੀ ਮਰਜ਼ੀ ਨਾਲ ਖਾਊਂਗਾ, ਮੈਨੂੰ ਤੁਸੀਂ ਬੰਨ ਨਹੀਂ ਸਕਦੇ, ਤੁਸੀਂ ਮੇਰੇ ਤੋਂ ਮਰਜ਼ੀ ਅਨੁਸਾਰ ਕੰਮ ਨਹੀਂ ਕਰਵਾ ਸਕਦੇ, ਮੈਂ ਆਪਦੀ ਮਰਜ਼ੀ ਨਾਲ ਦਾ ਕੰਮ ਕਰੂੰਗਾ। ਆਟੋਨੋਮੀ ਆ ਉਹ ਆਪਣੇ ਆਪ ਨੂੰ ਪ੍ਰਧਾਨ ਸਮਝਦਾ ਹੈ। ਠੀਕ ਹੈ, ਹੁਣ ਅਸੀਂ ਗੱਲ ਕਰਾਂਗੇ ਇੱਥੇ ਅਹਮ ਕੇਂਦਰਿਤਾ ਦੀ। ਅਹਮ ਕੇਂਦਰਤਾ ਕੀ ਹੈ, ਈਗੋਸਰਟਿਜ਼ਮ ਕੀ ਹੈ। ਇਹ ਚੀਜ਼ ਹੁੰਦੀ ਆ ਕਿ ਬੱਚਾ ਜਿਹੜਾ ਹੈ ਉਹ ਏਜ ਗਰੁੱਪ ਦੇ ਅਨੁਸਾਰ, ਆਪਣੀ ਏਜ ਗਰੁੱਪ ਦੇ ਅਨੁਸਾਰ ਉਹਦੇ ਵਾਸਤੇ ਸਿਰਫ ਉਹ ਹੀ ਸਹੀ ਹੁੰਦਾ ਹੈ, ਆਪਣੇ ਆਪ ਨੂੰ ਉਹ ਸਹੀ ਮੰਨਦਾ ਹੈ। ਜੋ ਉਹਨੂੰ ਦਿਖਾਈ ਦਿੰਦਾ ਉਹਨੂੰ ਐ ਲੱਗਦਾ ਕਿ ਦੁਨੀਆ ਨੂੰ ਵੀ ਉਸੇ ਤਰ੍ਹਾਂ ਦਿਖਾਈ ਦਿੰਦਾ ਹੈ। ਉਦਾਹਰਨ ਦੇ ਤੌਰ ਤੇ ਮੰਨ ਲਓ ਮੈਂ ਮੇਜ਼ ਦੇ ਇਧਰਲੇ ਪਾਸੇ ਬੈਠਾ ਹਾਂ, ਮੈਂ ਚੇਅਰ ਤੇ ਬੈਠਾ ਤਾਂ ਮੇਰੇ ਸਾਹਮਣੇ ਅਗਰ ਕੋਈ ਫੋਟੋ ਫਰੇਮ ਪਿਆ ਹੋਇਆ ਹੈ ਤਾਂ ਮੈਨੂੰ ਤਾਂ ਉਹਦੇ ਵਿੱਚ ਫੋਟੋ ਦਿਖਾਈ ਦੇ ਰਹੀ ਹੈ, ਤਾਂ ਮੈਂ ਕੀ ਸੋਚੂੰਗਾ, ਮੈਂ ਸੋਚੂੰਗਾ ਕਿ ਮੇਰੇ ਸਾਹਮਣੇ ਜਿਹੜਾ ਬੰਦਾ ਬੈਠਾ ਹੈ ਉਹਨੂੰ ਵੀ ਉਸ ਫੋਟੋ ਫਰੇਮ ਦੇ ਵਿੱਚ ਫੋਟੋ ਹੀ ਦਿਖਾਈ ਦੇ ਰਹੀ ਹੈ, ਹਾਲਾਂਕਿ ਨਹੀਂ ਦਿਖਾਈ ਦੇਗੀ ਕਿਉਂਕਿ ਫੋਟੋ ਫਰੇਮ ਦਾ ਪਿਛਲਾ ਪਾਸਾ ਤਾਂ ਖਾਲੀ ਹੋਏਗਾ। ਸਮਝੇ ਇਸ ਗੱਲ ਨੂੰ, ਇਸ ਉਦਾਹਰਨ ਨੂੰ ਉਹਦੇ ਦਿਮਾਗ ਦੇ ਵਿੱਚ ਰੱਖੋ ਕਿ ਬੱਚੇ ਇਵੇਂ ਸੋਚਦੇ ਆ, ਬੱਚੇ ਇਹ ਸੋਚਦੇ ਆ ਕਿ ਜੋ ਮੈਨੂੰ ਦਿਖਾਈ ਦੇ ਰਿਹਾ, ਜੋ ਮੇਰਾ ਮੈਂ ਸੋਚ ਰਿਹਾ ਉਹੀ ਚੀਜ਼ ਦੂਜਾ ਬੰਦਾ ਵੀ ਉਹੀ ਚੀਜ਼ ਸੋਚ ਰਿਹਾ ਹੈ। ਉਹਨਾਂ ਦਾ ਸੰਸਾਰ ਇੱਥੋਂ ਤੱਕ ਸੀਮਿਤ ਹੁੰਦਾ। ਏਜ ਗਰੁੱਪ ਹੈਗਾ 3 ਤੋਂ 6 ਸਾਲ ਤੱਕ ਦਾ। ਹੁਣ ਪਰ ਇਸ ਤੋਂ ਬਾਅਦ ਕੀ ਹੋਇਆ, ਇਸ ਤੋਂ ਬਾਅਦ ਇਹ ਹੋਇਆ ਕਿ ਕੁਝ ਪਿਆਜੇ ਦਾ ਕਨਸੈਪਟ ਇਹ ਸੀਗਾ, ਪਿਆਜੇ ਦਾ ਕਨਸੈਪਟ ਇਹ ਸੀ ਕਿ ਬੱਚੇ ਜਿਹੜੇ ਹੈਗੇ ਆ ਉਹ ਦੂਜੇ ਦੇ ਨਜ਼ਰੀਏ ਨਾਲ ਨਹੀਂ ਦੇਖ ਪਾਉਂਦੇ। ਕਿਹੜੇ ਏਜ ਗਰੁੱਪ ਦੇ, ਇਹ ਧਿਆਨ ਰੱਖੋ, ਯਾਦ ਰੱਖੋ ਇਸ ਚੀਜ਼ ਨੂੰ। ਪਿਆਜੇ ਦੇ ਅਨੁਸਾਰ ਕਿਹੜੇ ਏਜ ਗਰੁੱਪ ਦੇ ਬੱਚੇ ਦੂਸਰੇ ਦੇ ਨਜ਼ਰੀਏ ਤੋਂ ਨਹੀਂ ਦੇਖ ਪਾਉਂਦੇ, ਲਿਖੋ 3 ਤੋਂ 6 ਸਾਲ ਦੇ ਬੱਚੇ। ਠੀਕ ਹੈ, ਤੁਸੀਂ ਇਹ ਯਾਦ ਰੱਖਣਾ ਕਿ ਪਿਆਜੇ ਦੇ ਅਨੁਸਾਰ 3 ਤੋਂ ਲੈ ਕੇ 6 ਸਾਲ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਦਾ ਨਜ਼ਰੀਆ ਜਿਹੜਾ ਹੈਗਾ ਉਹ ਦੂਸਰੇ ਦੇ ਨਜ਼ਰੀਏ ਅਨੁਸਾਰ ਭਿੰਨ ਹੁੰਦਾ ਹੈ। ਉਹ ਆਪਣੇ ਅਨੁਸਾਰ ਸੋਚਦੇ ਕਿ ਮੈਨੂੰ ਜੋ ਦਿਖਾਈ ਦੇ ਰਿਹਾ ਉਹ ਹੀ ਦੂਜਿਆਂ ਨੂੰ ਦਿਖਾਈ ਦੇ ਰਿਹਾ ਹੈ। ਪਰ
ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਪਿਆਜੇ ਤੋਂ ਬਾਅਦ ਕੁਝ ਵਿਗਿਆਨੀਆਂ ਨੇ ਕੁਝ ਅਨੁਸੰਧਾਨ ਕੀਤੇ, ਕੁਝ ਖੋਜਾਂ ਕੀਤੀਆਂ, ਤੇ ਉਹਨਾਂ ਖੋਜਾਂ ਦੇ ਵਿੱਚ ਜਾਂ ਕੁਝ ਉਹਨਾਂ ਨੇ ਜਿਹੜੇ ਹੈਗੇ ਸੀਗੇ ਪ੍ਰਯੋਗ ਕੀਤੇ ਬੱਚਿਆਂ ਦੇ ਉੱਤੇ, ਉਹਨਾਂ ਦੇ ਵਿੱਚ ਇਹਨਾਂ ਨੇ ਪਾਇਆ ਕਿ ਨਹੀਂ, ਬੱਚੇ ਜਿਹੜੇ ਹੈਗੇ ਆ ਉਹ ਦੂਜੇ ਦੇ ਅਨੁਸਾਰ ਵੀ ਸੋਚ ਸਕਦੇ ਨੇ। ਚਲੋ ਆਪਾਂ ਪੜ੍ਹਦੇ ਹਾਂ ਇਸ ਪ੍ਰਸ਼ਨ ਨੂੰ, ਫਿਰ ਸਮਝਦੇ हैं कि हाँ ਇਹਦੇ ਚ ਕੀ निकलता है। दूसरे के नजरिए से देख पाना, हमारी एक महत्वपूर्ण योग्यता दूसरे के नजरिए से चीजों को देख पाना है, और यह हमारी अधिकांश सामाजिक अंतक्रियाओं का आधार है। ठीक है, क्योंकि देखो जे मान लो किसी ਦੇ ਘਰੇ ਆਂਢ ਗੁਆਂਢ ਦੇ ਵਿੱਚ ਕੋਈ ਬਿਮਾਰ ਪੈਂਦਾ ਹੈ ਤਾਂ ਅਸੀਂ ਇਹ ਸੋਚ ਪਾਉਨੇ ਆ ਕਿ ਹਾਂ ਜੇ ਉਹਦੇ ਘਰੇ ਬਿਮਾਰ ਆ ਤਾਂ ਹੋ ਸਕਦਾ ਕੱਲ ਨੂੰ ਕੋਈ ਸਾਡੇ ਘਰੇ ਵੀ ਬਿਮਾਰ ਹੋਵੇ। ਅਸੀਂ ਇਸ ਅੰਦਾਜ਼ੇ ਤੋਂ, ਇਸ ਸੋਚ ਦੇ ਨਾਲ ਉਹਦੀ ਮਦਦ ਕਰਨ ਵਾਸਤੇ ਤਿਆਰ ਹੋ ਜਾਂਦੇ ਆ ਕਿ ਕੱਲ ਨੂੰ ਸਾਨੂੰ ਵੀ ਲੋੜ ਪੈ ਸਕਦੀ ਹੈ। ਠੀਕ ਹੈ, ਜਾਂ ਅਸੀਂ ਮੰਨ ਲਓ ਗਲੀ ਦੇ ਵਿੱਚ, ਆਪਦੀ ਗਲੀ ਦੇ ਵਿੱਚ ਆਪਦੇ ਦਰਵਾਜ਼ੇ ਦੇ ਅੱਗੇ ਜੇ ਪਾਣੀ ਡੁੱਲਿਆ ਮਹਿਸੂਸ ਚੰਗਾ ਨਹੀਂ ਮਹਿਸੂਸ ਕਰਦੇ ਤਾਂ ਅਸੀਂ ਇਹ ਵੀ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਜੇ ਅਸੀਂ ਕੂੜਾ ਜਾਂ ਪਾਣੀ ਜਿਹੜਾ ਹੈਗਾ ਦੂਜੇ ਦੇ ਬੂਹੇ ਅੱਗੇ ਡੋਲਾਂਗੇ ਉਹਨੂੰ ਵੀ ਬੁਰਾ ਲੱਗੇਗਾ। ਤਾਂ ਇਹ कंसेप्ट हमारे दिमाग में आ जाता ना, दूसरे के नजरिए से देख पाना। यदि हम दूसरे के नजरिए से नहीं देख पाते हैं तो यह हम नहीं समझ पाएंगे कि दूसरे क्या सोचते हैं और क्या महसूस करते हैं। प्याजे ने बच्चों में इस योग्यता के विकास का पता लगाया। उन्होंने बताया कि शालापुर बच्चे चीजों को पूर्णतः अपने नजरिए से ही देखते हैं और अपने ही विचारों के संबंध में सोचते हैं। वे महसूस करते हैं कि दूसरे लोग उन्हीं की भांति देखते समझते व घटनाओं व क्रियाओं को व्याख्यायित करते हैं। व्याख्यायित करते मतलब ਉਹਨੂੰ ਡਿਸਕ੍ਰਾਈਬ ਕਰਦੇ ਨੇ, ਉਹਦੀ ਮਤਲਬ ਉਹਦੀ ਵਿਆਖਿਆ ਕਰਦੇ ਨੇ, ਉਹਨੂੰ ਕਲੀਅਰਲੀ ਦੱਸਦੇ ਨੇ। वे मानते हैं कि दूसरे भी उन्हीं की भांति वस्तुओं को देख सुन व महसूस करते हैं और जो वे कर सकते हैं दूसरे भी उसे करने में समर्थ हैं। ठीक है, ਜਿਹੜੀ ਕੈਪੇਬਿਲਿਟੀ, ਹੁਣ ਦੇਖੋ ਇਹਦਾ ਉਦਾਹਰਨ ਸੁਣੋ। ਇਸ ਚੀਜ਼ ਦੀ ਉਦਾਹਰਨ ਕੀ ਹੈ ਕਿ ਜਦੋਂ ਇਹ ਬੱਚਾ ਸੋਚਦਾ ਕਿ ਜੋ ਮੈਂ ਕਰ ਸਕਦਾ ਉਹੀ ਦੂਜੇ ਬੱਚੇ ਵੀ ਕਰ ਸਕਦੇ। ਇਹਦੀ ਵੱਡੀ ਉਦਾਹਰਨ ਸੁਣਨੀ ਹੈ ਤਾਂ ਤੁਸੀਂ ਆਪਣੇ ਆਪ ਨੂੰ ਮਹਿਸੂਸ ਕਰੋ। ਜਦੋਂ ਤੁਸੀਂ ਸਕੂਲ ਦੇ ਵਿੱਚ ਜਾਂ ਜੇ ਕਿਤੇ ਟਿਊਸ਼ਨ ਕਰਦੇ ਹੋ ਜਾਂ ਜੋ ਤੁਸੀਂ ਛੋਟੇ ਬੱਚੇ ਨੂੰ ਪੜ੍ਹਾਉਂਦੇ ਹੋ, ਤੁਸੀਂ ਜਦੋਂ ਬੱਚੇ ਨੂੰ ਸਵਾਲ ਸਮਝਾ ਰਹੇ ਹੁੰਦੇ ਨਾ, ਤੁਸੀਂ ਉਹਨੂੰ ਉਹਦੇ ਬੈਸਟ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ। ਠੀਕ ਹੈ, ਤੇ ਤੁਸੀਂ ਸਮਝਾ ਕੇ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਹਾਂ ਜਿਵੇਂ ਮੈਂ ਉਹਨੂੰ ਸਮਝਾਤਾ ਨਾ ਬੱਚੇ ਦੇ ਲੈਵਲ ਤੇ ਜਾ ਕੇ ਬੱਚੇ ਨੂੰ ਸਮਝ ਆ ਗਈ, ਪਰ ਬੱਚੇ ਨੂੰ ਸਮਝ ਨਹੀਂ ਆਈ ਹੁੰਦੀ, ਉਨੀ ਸਮਝ ਨਹੀਂ ਆਈ ਹੁੰਦੀ ਕਿਉਂਕਿ ਸਾਡਾ ਲੈਵਲ ਵੱਖਰਾ ਵੱਖਰਾ ਹੁੰਦਾ ਹੈ। ਹੁਣ ਇਹਦੀ ਛੋਟੇ ਲੈਵਲ ਤੇ ਉਦਾਹਰਨ ਸੁਣੋ। ਤੁਹਾਡੇ ਘਰੇ ਮੰਨ ਲਓ ਦੋ ਬੱਚੇ ਨੇ, ਇੱਕ ਕਿਹੜਾ ਬੱਚਾ ਹੈਗਾ ਉਹ 3 ਸਾਲ ਦਾ, ਇੱਕ ਬੱਚਾ ਜਿਹੜਾ ਹੈਗਾ ਉਹ 5-6 ਸਾਲ ਦਾ ਹੈ। ਜਿਹੜਾ 5-6 ਸਾਲ ਦਾ ਬੱਚਾ ਹੈ ਉਹ ਆਮ ਤੌਰ ਤੇ ਆਪਣੇ ਘਰਾਂ ਦੇ ਵਿੱਚ ਕੀ ਹੈ, ਦੋਵੇਂ ਭਰਾ ਕਦੇ ਵੀ ਰਲ ਕੇ ਨਹੀਂ ਖੇਡਦੇ। ਠੀਕ ਹੈ, ਭੈਣ ਭਰਾ ਮੋਸਟਲੀ ਖੇਡ ਲੈਂਦੇ ਨੇ, ਕੁੜੀਆਂ ਖੇਡ ਲੈਂਦੀਆਂ ਨੇ, ਦੋਵੇਂ ਭਰਾ ਕਦੇ ਆਪਸ ਵਿੱਚ ਰਲ ਕੇ ਨਹੀਂ ਖੇਡਦੇ। ਮੋਸਟਲੀ ਉਹਨਾਂ ਦਾ ਕੀ ਹੁੰਦਾ ਕਿ ਵੱਡੇ ਦਾ ਏਜ ਗਰੁੱਪ ਵੱਖਰਾ ਹੋਊਗਾ, ਉਹਦੇ ਦੋਸਤਾਂ ਨਾਲ ਖੇਡਣਾ ਮਹਿਸੂਸ ਕਰੂਗਾ, ਚੰਗਾ ਲੱਗੂਗਾ। ਉਹ ਉਹਦੇ ਛੋਟੇ ਭਰਾ ਨਾਲ ਨਹੀਂ ਖੇਡੂਗਾ। ਕਿਉਂ? ਕਿਉਂਕਿ ਉਹਦੀ ਕੈਪੇਬਿਲਿਟੀ ਅਲੱਗ-ਅਲੱਗ ਹੈ। ਉਹਨੂੰ ਮਹਿਸੂਸ, ਮੰਨ ਲਓ ਵੱਡਾ ਬੇਟਾ ਹੈ, ਵੱਡਾ ਬੇਟਾ ਕੀ ਕਰੂਗਾ ਕਿ ਉਹਨੂੰ ਜਦੋਂ ਅਸੀਂ ਬਾਲ ਕਰਾਉਂਦੇ ਹਾਂ ਜਾਂ ਉਹ ਜੇ ਉਹ ਚਿੜੀ ਬੱਲੇ ਨਾਲ ਖੇਡਦਾ ਹੈ ਤਾਂ ਉਹਨੂੰ ਜਦੋਂ ਖੇਡਣ ਦੇ ਵਿੱਚ ਸੌਖ ਮਹਿਸੂਸ ਹੁੰਦੀ ਹੈ। ਪਰ ਜਿਹੜਾ ਛੋਟਾ ਬੱਚਾ ਹੈ ਉਹ ਉਹਦੀ ਕੈਪੇਬਿਲਿਟੀ ਅਨੁਸਾਰ ਥੋੜੀ ਖੇਡ ਪਾਊਗਾ, ਤਾਂ ਉੱਥੇ ਉਹ ਡਿਫਰੈਂਸਸ ਮਹਿਸੂਸ ਕਰਦੇ ਨੇ। ਉਹਨੂੰ ਲੱਗਦਾ ਕਿ ਜੇ ਮੈਂ ਖੇਡ ਪਾ ਰਿਹਾ ਇਹ ਕਿਉਂ ਨਹੀਂ ਖੇਡ ਪਾ ਰਿਹਾ। ਠੀਕ ਹੈ, ਫਿਰ ਉਹ ਅਲੱਗ ਹੋਣਾ ਸ਼ੁਰੂ ਕਰ ਦਿੰਦੇ ਕਿ ਨਹੀਂ ਮੈਂ ਨਹੀਂ ਇੰਨਾ ਖੇਡਣਾ, ਇਹਨੂੰ ਤਾਂ ਖੇਡਣਾ ਹੀ ਨਹੀਂ ਆਉਂਦਾ। ਖੇਡਣਾ ਕਿਵੇਂ ਆਊਗਾ? ਕਿਉਂਕਿ ਤੁਸੀਂ 3 ਸਾਲ ਵੱਡੇ ਹੋ ਉਹਦੇ ਨਾਲੋਂ, ਤੁਸੀਂ ਆਪਦਾ ਏਜ ਗਰੁੱਪ ਵੱਖਰਾ ਬਣਾ ਲਿਆ, ਤੁਸੀਂ ਇਹ ਚੀਜ਼ਾਂ ਪਹਿਲਾਂ ਸਿੱਖ ਚੁੱਕੇ ਹੋ, ਤਾਂ ਕਰਕੇ ਤੁਹਾਨੂੰ ਖੇਡਣਾ ਆਉਂਦਾ। ਜਿਹੜਾ ਦੂਸਰਾ ਹੈ ਉਹਨੂੰ ਅਜੇ ਇਸ ਕੈਪੇਬਿਲਿਟੀ ਦੇ ਅਨੁਸਾਰ ਨਹੀਂ ਅਜੇ ਉਸ ਲੈਵਲ ਤੇ ਪਹੁੰਚਿਆ, ਇਸ ਕਰਕੇ ਉਹਨੂੰ ਨਹੀਂ ਖੇਡਣਾ ਆਉਂਦਾ। ਤਾਂ ਇਹ ਡਿਫਰੈਂਸਸ ਹੈਗੇ ਆ। ਹਰ ਇੱਕ ਬੱਚਾ ਇਹ ਸੋਚਦਾ ਕਿ ਜੋ ਮੈਨੂੰ ਆਉਂਦਾ ਉਹੀ ਦੂਜਿਆਂ ਨੂੰ ਆਉਂਦਾ ਹੈ। ਠੀਕ ਹੈ, ਦੂਜੇ ਵੀ ਉਹ ਕਰ ਸਕਦੇ ਨੇ। यदि वे अप्रसन्न है तो दूसरे भी ऐसा ही महसूस करते होंगे। यदि वे अपनी यदि वे अपनी आंखें बंद करने पर कुछ नहीं देख पाते तो वे मानते हैं कि कमरे में उपस्थित अन्य लोग भी जिन्होंने अपनी आंखें बंद नहीं की वे भी कुछ नहीं देख पाएंगे। ठीक है, ਤਾਂ ਇਹ ਚੀਜ਼ਾਂ ਦੇਖੋ, ਇਹ ਜਦੋਂ ਤੁਸੀਂ ਇਹਨਾਂ ਨੂੰ ਪੜ੍ਹਦੇ ਹੋ ਤੁਸੀਂ ਆਪਣੇ ਆਪ ਤੁਹਾਡੇ ਦਿਮਾਗ ਦੇ ਚੌਣੀਆਂ ਸ਼ੁਰੂ ਹੋ ਜਾਂਦੀਆਂ। ਹਾਂ ਵੀ ਸਾਡੇ ਘਰੇ ਆ ਬੱਚਾ ਵੀ ਐਂ ਕਰਦਾ ਸੀ, ਅਸੀਂ ਵੀ ਐਂ ਕਰਦੇ ਸੀ। ਇਹ ਚੀਜ਼ਾਂ ਆਪਣੇ ਆਪ ਦਿਮਾਗ ਚੌਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜੇ ਇਵੇਂ ਹੋ ਜਾਂਦੀਆਂ ਨੇ ਫਿਰ ਤੁਹਾਨੂੰ ਯਾਦ ਵੀ ਰਹਿ ਜਾਏਗਾ। प्याजे ने बालिका की विचार शक्ति के इस गुण को अहम केंद्रिकता ईगोसर्टिज्म की संज्ञा दी है। ठीक है, याद रखना ਤੁਸੀਂ ਹੁਣ
उनका कहना कि शालापूर्व बच्चे यह नहीं समझते कि दूसरा व्यक्ति उसी स्थिति वस्तु स्थिति को भिन्न तरीके से देख सकता है और भिन्न निष्कर्ष तक पहुंच सकता है। मोटे तौर ते तुसी की याद रखना, देखो किहड़े एज ग्रुप की गल कर रहे हैं, करो रिपीट इस चीज नूं नाल नाल। आपां किहड़े एज ग्रुप की गल कर रहे हैं? 3 ਤੋਂ 6 ਸਾਲ ਦਾ। 3 ਤੋਂ 6 ਸਾਲ ਦੇ ਬੱਚੇ ਨੂੰ ਅਸੀਂ ਕੀ ਕਹਿੰਦੇ ਆ? ਪ੍ਰੀ ਚਾਈਲਡਹੁੱਡ, ਠੀਕ ਹੈ, ਪੂਰਵ ਬਚਪਨ। ਜਾਂ ਇੱਥੇ ਹੋਰ ਆਪਾਂ ਕੀ ਕਹਿੰਦੇ ਆ ਕਿ ਜਿਹੜੇ ਬੱਚੇ ਸ਼ਾਲਾ ਪੂਰਵ ਨੇ। ਸ਼ਾਲਾ ਪੂਰਵ ਮਤਲਬ ਬੱਚੇ, ਸ਼ਾਲਾ ਕੀ ਹੁੰਦੀ ਆ? ਸਾਡੀ ਕਲਾਸ। ਸ਼ਾਲਾ ਪੂਰਵ ਅਜੇ ਕਲਾਸ ਵਿੱਚ ਜਾਣ ਤੋਂ ਪਹਿਲਾਂ ਦੇ, ਠੀਕ ਹੈ, ਪ੍ਰੀ ਚਾਈਲਡਹੁੱਡ। ਤਾਂ ਹੁਣ ਇਸ ਏਜ ਗਰੁੱਪ ਦੇ ਵਿੱਚ ਪਿਆਜੇ ਕੀ ਕਹਿੰਦਾ? ਪ੍ਰੀ ਸਕੂਲ ਏਜ। ਇਸ ਏਜ ਗਰੁੱਪ ਦੇ ਵਿੱਚ ਪਿਆਜੇ ਕੀ ਕਹਿੰਦਾ ਹੈ? ਬੱਚੇ ਦੀ ਪਾਵਰ ਕੀ ਹੁੰਦੀ ਆ? ਉਹ ਇਹ ਸੋਚਦਾ ਕਿ ਦੂਜੇ ਬੱਚੇ ਵੀ ਜੋ ਉਹ ਦੇਖ ਰਿਹਾ ਉਹੀ ਬੱਚੇ ਦੂਜੇ ਦੇਖ ਰਹੇ ਆ, ਜਾਂ ਦੂਜਾ ਸੰਸਾਰ ਵੀ ਉਹ ਚੀਜ਼ਾਂ ਦੇਖ ਰਿਹਾ ਜੋ ਮੈਨੂੰ ਦਿਖਾਈ ਦੇ ਰਿਹਾ ਹੈ। ਠੀਕ ਹੈ, ਯਾਦ ਰਹੂਗੀ ਇਹ ਚੀਜ਼। ਕਿਹੜੇ ਏਜ ਗਰੁੱਪ ਦੀ ਗੱਲ ਕੀਤੀ? ਉਸ ਏਜ ਗਰੁੱਪ ਦੇ ਵਿੱਚ ਪਿਆਜੇ ਨੇ ਬੱਚੇ ਦੀ ਅਹਮ ਕੇਂਦਰਿਤਤਾ ਬਾਰੇ ਕੀ ਗੱਲ ਕੀਤੀ? ਈਗੋਸਰਟਿਜ਼ਮ ਬਾਰੇ ਕੀ ਗੱਲ ਕੀਤੀ? ਕਿ ਹਾਂ, ਉਹਦਾ ਦਿਮਾਗ ਕੀ ਹੁੰਦਾ ਬੱਚੇ ਦਾ, 3 ਤੋਂ 6 ਸਾਲ ਦੇ ਬੱਚੇ ਦਾ, ਕਿ ਜੋ ਮੈਂ ਦੇਖ ਰਿਹਾ ਉਹ ਹੀ ਦੂਜੇ ਬੱਚੇ ਦੇਖ ਰਹੇ ਨੇ। ਉਹਨਾਂ ਦਾ ਸੰਸਾਰ ਵੀ ਉਨਾ ਹੀ ਆ ਜਿੰਨਾ ਮੇਰਾ। ਜਿੰਨਾ ਮੈਨੂੰ ਫੋਟੋ ਫਰੇਮ ਦੇਖ ਰਿਹਾ ਉਨਾ ਹੀ ਉਹਨਾਂ ਬੱਚਿਆਂ ਨੂੰ ਫੋਟੋ ਫਰੇਮ ਦੇਖ ਰਿਹਾ। ਠੀਕ ਹੈ ਜੀ। ਇਵੇਂ ਉਦਾਹਰਨਾਂ ਦੇ ਦਿਮਾਗ 'ਚ ਬਿਠਾ ਕੇ ਰੱਖੋਗੇ ਤਾਂ ਉਹ ਹਾਂ ਪ੍ਰੋਪਰ ਰਹੇਗੀ। ਹੁਣ ਕੀ ਹੋਇਆ ਕਿ ਨਜ਼ਰੀਏ ਪਰ ਇੱਕ ਪ੍ਰਯੋਗ, ਇਹ ਆਪਣਾ ਨਜ਼ਰੀਆ ਹੈ, ਆਪਣਾ ਦੇਖਣ, ਦੂਸਰੇ ਨੂੰ ਦੂਸਰੇ नजरिए ਤੋਂ ਦੇਖਣ ਦੀ कोशिश करना। पियाजे ने नजरिए से संबंधित अपने विचारों को और अधिक स्पष्ट करके समझाने के लिए 4 से 11 वर्ष के बच्चों के साथ प्रयोग किया। हुण ये याद रखनी चीज, पियाजे ने अपने इस कंसैप्ट ਨੂੰ क्लीयर ਕਰਨ ਵਾਸਤੇ ਕਿਹੜੇ ਏਜ ਗਰੁੱਪ ਦੇ ਬੱਚੇ ਲਏ? 4 ਤੋਂ ਲੈ ਕੇ 11 साल ਦੇ ਬੱਚੇ। इस प्रयोग में उन्होंने अलग अलग रंगों और ऊंचाई के 3 पर्वतों के त्रिआयामी मॉडलों को एक मेज पर रखा। ਕਿਹੜੇ ਸੀਗੇ ਮੋਡਲ ਉਹਦੇ? त्रिआयामी मतलब 3 ਡਿਮੈਂਸ਼ਨਲ। 3 ਡਿਮੈਂਸ਼ਨਲ ਕੀ ਹੁੰਦੇ ਆ? ਜਿਹਦੀਆਂ 3 ਸਾਈਡਾਂ ਹੋਣ। ਜਿਵੇਂ ਆਪਾਂ ਤਿਕੋਣ ਹੈ, ਜਦੋਂ ਤਿਕੋਣ ਨੂੰ ਫਿਜ਼ੀਕਲੀ ਰੂਪ ਦੇ ਨਾਲ, ਜਿਹੜੇ ਤਿਕੋਣ ਆਪਾਂ ਕਾਗਜ਼ ਤੇ ਬਣਾਉਣੇ ਤਾਂ 2 ਡਿਮੈਂਸ਼ਨਲ ਹੋ ਜਾਂਦੀ ਆ, 2 ਸਾਈਡਾਂ ਆਪਾਂ ਨੂੰ ਦਿਖਾਈ ਦਿੰਦੀਆਂ ਨੇ। 3 ਡਿਮੈਂਸ਼ਨਲ ਕੀ ਚੀਜ਼ ਹੁੰਦੀ ਹੈ? ਜਿਵੇਂ ਆਪਾਂ ਹਾਰਡਬੋਰਡ ਦਾ ਮਾਡਲ ਬਣਾ ਲਈਏ, ਕੋਈ ਲੱਕੜ ਦਾ ਮਾਡਲ ਬਣਾ ਲਈਏ, ਪ੍ਰਿਜ਼ਮ ਬਣਾ ਲਈਏ, ਜਾਂ ਇੱਕ ਤਿਕੋਣ ਬਣਾ ਲਈਏ। ਜਦੋਂ ਅਸੀਂ ਮੇਜ਼ ਤੇ ਰੱਖਾਂਗੇ ਉਹਦੇ 3 ਪੱਖ ਹੋਣਗੇ, ਇੱਕ ਮੇਰੇ ਸਾਹਮਣੇ, ਇੱਕ ਸਾਈਡ ਤੇ, ਇੱਕ ਤੀਸਰੇ ਬੰਦੇ ਦੇ ਸਾਹਮਣੇ। ਠੀਕ ਹੈ, 3 ਡਿਮੈਂਸ਼ਨਲ ਹੋ जाएगी चीज। वो अलग अलग रंगों और ऊंचाई के 3 पर्वतों के, ठीक है, 3 पर्वत बना ले, 3 पहाड़ बना ले उन्हें त्रिकोण आकार दे, जिन्हां ने तिन्हां दी ऊंचाई भी अलग अलग सी, जिन्हां ने तिन्हां दे रंग भी अलग अलग सी। एक मेज पर रखा और उसके चारों ओर 4 कुर्सियां रखी। बालिका को मेज के चारों ओर घूमने और प्रत्येक तरफ से भिन्न भिन्न आयामों से पर्वतों को देखने के लिए कहा गया। तत्पश्चात बालिका को एक कुर्सी पर बैठने को कहा गया और दूसरी कुर्सी पर एक लकड़ी की गुड़िया रख दी गई। उसके बाद बालिका को 10 वे फोटो दिखाए जिनमें इसी मॉडल के अलग अलग तरफ से चित्र लिए गए थे। बालिका को उस चित्र को उठाने को कहा गया जो उसके पक्ष से पर्वत का दृश्य दर्शाता था। शाला पूर्व के अधिकांश बच्चे इसे सरलता पूर्वक कर सकते हैं, अर्थात वे बता सकते हैं कि उनके पक्ष से पर्वत कैसा दिखता है। फिर बालिका को उस चित्र को उठाने को कहा गया जो यह बताता हो कि गुड़िया को अपनी जगह से पर्वत कैसे दिखता है। यही वह स्थिति है जहां बच्चे में भिन्नता देखी जा सकती है। बहुत छोटे शालापूर्व बच्चे सोचते हैं कि कोई भी चित्र उठाया जा सकता है। थोड़े बड़े बच्चे लगभग 5 वर्षीय उस चित्र को उठाते हैं जो वह दृश्य दिखाता है जो उन्हें नजर आ रहा है, ना कि गुड़िया को नजर आ रहा है। इससे यह पता चलता है कि बच्चे यह समझने लगते हैं कि गुड़िया की जगह से देखने से पर्वत का दृश्य भी उन्हीं के जैसा है। 6 और 7 वर्ष के बच्चे होते होते यह समझने लगते हैं गुड़िया स्थिति से देखने से पर्वतों का दृश्य भिन्न नजर आना चाहिए। ठीक है जी, हुण समझ लो इस चीज ਨੂੰ ਮੋਟੇ ਤੌਰ ਤੇ, ਜਿਵੇਂ ਆਪਾਂ ਪੇਪਰ ਦੇ ਜਾਂ ਦਿਮਾਗ 'ਚ ਬਿਠਾ ਕੇ ਲੈ ਕੇ ਜਾਣੀ ਚੀਜ਼। ਮੇਜ਼ ਦੇ ਉੱਤੇ ਉਹਨੇ 3 ਪਰਬਤ ਰੱਖੇ ਜਾਂ 3 ਪਹਾੜਾਂ ਦੇ ਚਿੱਤਰ ਰੱਖੇ, 3 ਡਿਮੈਂਸ਼ਨਲ ਮਾਡਲ ਰੱਖੇ ਉਹਨੇ। ਕੀ ਕਿਹਾ ਗਿਆ ਕਿ ਬੱਚੇ ਨੂੰ ਕਿਹਾ ਗਿਆ ਕਿ ਤੁਸੀਂ ਇਹਦੇ ਚਾਰੇ ਪਾਸੇ ਘੁੰਮ ਕੇ ਦੇਖ ਕੇ ਆਓ ਕਿ ਕੀ ਦਿਖਾਈ ਦਿੰਦਾ ਹੈ। ਠੀਕ ਹੈ, ਹੁਣ ਜਿਹੜੇ ਆਪਾਂ ਆਪਣੇ ਦਿਮਾਗ 'ਚ